ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਇਸ ਦਿਓ ਸਜਨ ਆਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਮਤਲਬ ਇਹ ਗੁਰੂ ਦੀ ਬੜੀ ਬਖਸ਼ਿਸ਼ ਹੈ, ਗੁਰੂ ਦੀ ਬੜੀ ਅਪਾਰ ਕਿਰਪਾ ਹੈਗੀ ਏ ਕਿ ਕੰਸਿਸਟੈਂਸੀ ਦੇ ਨਾਲ ਸਾਡੇ ਕੋਲ ਇੱਕ ਤੋਂ ਇੱਕ ਮਹਾਨ ਵਕਤਾ ਆਉਂਦੇ ਰਹੇ ਔਰ ਸਾਡੇ ਨਾਲ ਗੁਰਬਾਣੀ ਦੇ ਵਿਚਾਰ ਆਦਰਸ਼ਕ ਜੀਵਨ ਸਮਝ ਔਰ ਉਹਦਾ ਆਦੇਸ਼ ਦੇਣ ਵਾਸਤੇ ਸਾਨੂੰ ਇੱਕ ਇੱਕ ਚੀਜ਼ ਦੀ ਲੜੀ ਵਾਂਗਨ ਸਾਨੂੰ ਵਿਆਖਿਆ ਸਾਡੇ ਬੜੇ ਹੀ ਪੂਜਨਿਕ ਵਿਦਵਾਨ ਸਾਡੇ ਨਾਲ ਕਰਦੇ ਰਹੇ। ਇਹ ਮੈਂ ਕਹਾਂਗਾ ਸਭ ਤੋਂ ਪਹਿਲੇ ਤੇ ਸਾਡੀ ਬਹੁਤ ਹੀ ਗੁਰੂ ਦੀ ਬਖਸ਼ਿਸ਼ ਹੈਗੀ ਏ ਕਿ ਇਸ ਤਰੀਕੇ ਦੇ ਨਾਲ ਇਤਨੇ ਉੱਚ ਕੋਟੀ ਦੇ ਵਿਦਵਾਨ ਅਜੇ ਵੀ ਜੁੜੇ ਰਹੇ, ਜਿਹਦੇ ਨਾਲ ਸਾਨੂੰ ਇੱਕ ਬੜਾ ਸੀਕੁਐਂਸ਼ਲ ਪ੍ਰੋਸੀਜਰ ਮਿਲਦਾ ਰਿਹਾ। ਉਹ ਚਾਹੇ ਸਾਨੂੰ ਅਡੋਲ ਮਾਈਂਡਸ ਦੀ ਕਲਾਸਿਸ ਦੇ ਵਿੱਚ ਇੱਕ ਬੜਾ ਹੀ ਮੈਥਡੋਲੋਜੀਕਲ ਔਰ ਬੜਾ ਮੈਨੇਜਰੀਅਲ ਵੇ ਆਫ ਅੰਡਰਸਟੈਂਡਿੰਗ ਮਿਲੀ। ਗੁਰਮੀਤ ਜੀ ਦੇ ਕੋਲੋਂ ਸਾਨੂੰ ਬੜੀ ਹੀ ਸੋਚ ਤਰੀਕੇ ਨਾਲ ਇੱਕ ਜਿਹੜਾ ਕਿ ਅੱਜ ਅਸੀਂ ਕਹਿੰਦੇ ਹਾਂ ਕਿ ਨੇਚਰ ਔਰ ਕ੍ਰੀਏਸ਼ਨ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਵੀ ਸਾਡੇ ਵੀਰ ਗੁਰਮੀਤ ਸਿੰਘ ਜੀ ਜੋ ਆਰਕੀਟੈਕਟ ਹੈਗੇ, ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਜਪਜੀਤ ਸਾਹਿਬ ਦੇ ਨਾਲ ਜੋੜਿਆ। ਉਹਦੇ ਬਾਅਦ ਸਾਡੇ ਕੋਲ ਮਹਿੰਦਰਪਾਲ ਸਿੰਘ ਜੀ ਸਾਡੇ ਨਾਲ ਬੜੀ ਅੱਛੀ ਲੜੀ ਵਾਂਗਨ ਸਾਡੇ ਨਾਲ ਉਹ ਕਲਾਸਾਂ ਲੈਂਦੇ ਰਹੇ ਔਰ ਮਨਜੀਤ ਜੀ ਲੈਂਦੇ ਰਹੇ। ਮੈਂ ਕਹਾਂਗਾ ਐਸੀ ਜਰਨੀ ਹੋਈ ਜਿਹਦੇ ਵਿੱਚ ਸਾਡੇ ਕੋਲ ਕੋਈ ਨਾ ਕੋਈ ਇੱਕ ਤੋਂ ਇੱਕ ਅੱਛੇ ਵਕਤੇ ਸਾਡੇ ਨਾਲ ਜੁੜ ਕੇ ਔਰ ਸਾਨੂੰ ਉਹ ਸਮਝਾਉਂਦੇ ਰਹੇ। ਗੁਰਮੁਖ ਸਿੰਘ ਜੀ ਸਮਝਾਉਂਦੇ ਰਹੇ ਔਰ ਮੈਂ ਕਿਉਂਕਿ ਆਪਣੇ ਲੋਕਾਂ ਦੇ ਉਹਨਾਂ ਦਾ ਨਾਂ ਬਾਅਦ ਵਿੱਚ ਲੈ ਲਿਆ, ਜੋ ਕਿ ਸਭ ਤੋਂ ਵੱਡੇ ਕਵੀ ਸਾਡੇ ਵੱਡੇ ਹਨ ਮਨਦੀਪ ਕੌਰ ਜੀ, ਜਿਹੜੇ ਕਿ ਸਾਨੂੰ ਇਤਨੇ ਸਿੱਧੇ ਅਟੈਕ ਕਰਕੇ ਔਰ ਸਾਨੂੰ ਉਹਨਾਂ ਨੇ ਉਹ ਇੱਕ ਸਿੰਪਲ ਲਾਈਫ ਦੇ ਵਿੱਚ ਕਿਸ ਤਰੀਕੇ ਨਾਲ ਆਦਰਸ਼ਕ ਜੀਵਨ ਕਰਨਾ ਹੈ ਉਹ ਉਹਨਾਂ ਨੇ ਦੱਸਿਆ। ਸਰਨਜੀਤ ਸਿੰਘ ਜੀ ਨੇ ਦੱਸਿਆ, ਜਨਰਲ ਸਾਹਿਬ ਨੇ ਸਾਡੀ ਕਲਾਸ ਲਈ, ਮਹਿੰਦਰ ਜੀ ਨੇ। ਇਸ ਤਰ੍ਹਾਂ ਸਾਡੇ ਬੜੇ ਹੀ ਔਰ ਫਿਰ ਸਾਡੇ ਨਾਲ ਵਿੱਚ ਇੱਕਦਮ ਅਚਨਚੇਤ ਸਾਡੇ ਨਾਲ ਜਸਮੀਤ ਜੀ, ਆਪਣੇ ਸੁਰਿੰਦਰ ਸਿੰਘ ਜੀ ਦੇ ਜਿਹੜੇ ਬੱਚੇ ਹੈਗੇ, ਹਰਬੰਸ ਸਿੰਘ ਜੀ ਦੇ ਪੋਤੇ ਹੈਗੇ, ਉਹ ਸਾਡੇ ਨਾਲ ਜੁੜੇ। ਉਹਨਾਂ ਨੇ ਬੜੇ ਹੀ ਸਪਸ਼ਟ ਤਰੀਕੇ ਨਾਲ ਸਾਨੂੰ ਜੋ ਆਪਣਾ ਭਗਤਾਂ ਦੀ ਬਾਣੀ ਦੇ ਵਿੱਚੋਂ ਬੜੇ ਸ਼ਬਦ ਕਈ ਵਾਰੀ ਸਮਝ ਨਹੀਂ ਆਉਂਦੇ, ਲੇਕਿਨ ਉਹਦੀ ਗਹਿਰਾਈ ਦੇ ਵਿੱਚ ਇਸ ਲਈ ਜਾਓ ਤੇ ਕਿਤਨਾ ਆਨੰਦ ਆਇਆ। ਬਹੁਤ ਸਾਰਿਆਂ ਵਿੱਚ ਬਹੁਤ ਹੀ ਲੜੀ ਵਾਂਗ ਸਾਨੂੰ ਬਹੁਤ ਹੀ ਆਨੰਦ ਆਇਆ। ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਔਰ ਵਾਹਿਗੁਰੂ ਮਿਹਰ ਕਰੇ ਕਿ ਸਾਡੇ ਹਿਰਦਿਆਂ ਵਿੱਚ ਵਾਸਾ ਹੋਏ ਔਰ ਸਾਨੂੰ ਸੋਝੀ ਮਿਲੇ ਔਰ ਅਸੀਂ ਸੱਚੇ ਮਾਰਗ ਚੱਲਦੇ ਹਾਂ। ਉਸਤਤ ਕਰੇ ਜਹਾਨ, ਉਹਦੇ ਉੱਪਰ ਅਸੀਂ ਚੱਲ ਪਾਈਏ। ਬਹੁਤ ਬਹੁਤ ਧੰਨਵਾਦ। ਤੇ ਮੈਂ ਬੇਨਤੀ ਕਰਾਂਗਾ ਧਰਮਪਾਲ ਜੀ ਨੂੰ, ਜਿਨ੍ਹਾਂ ਨੇ ਮੇਰਾ ਖਿਆਲ ਹੈ ਕਿ ਇੱਕ ਅੱਧੀ ਕਲਾਸ ਕੋਈ ਮਿਸ ਕੀਤੀ ਹੋਵੇ ਤੇ ਮੈਂ ਉਹ ਵੀ ਇਹਨਾਂ ਨੇ ਸੁਣੀ ਹੋਈ ਉਸ ਤੋਂ ਬਾਅਦ, ਲੇਕਿਨ ਸਭ ਤੋਂ ਜ਼ਿਆਦਾ ਅਟੈਂਡੈਂਸ ਜਿਹੜੀ ਹੈਗੀ ਹੈ ਉਹ ਮੈਨੂੰ ਜੋ ਲੱਗ ਰਿਹਾ ਧਰਮਪਾਲ ਜੀ ਦੀ ਔਰ ਜਨਰਲ ਸਾਹਿਬ ਜੀ ਦੀ ਹੈਗੀ ਹੈ। ਤੇ ਉਹ ਜਕਾਰਾ ਲਗਾਉਣਗੇ ਔਰ ਉਹ ਸਾਨੂੰ ਇਹ 200 ਸਾਲ ਦੀ ਜੋ ਸੈਲੀਬ੍ਰੇਸ਼ਨ ਹੈਗੀ ਹੈ। ਔਰ ਇੱਕ ਗੱਲ ਮੈਂ ਹੋਰ ਮਤਲਬ ਕਵਾਂ ਜਾਂ ਨਾ ਕਵਾਂ, ਉਹ ਮਤਲਬ ਸਾਰਿਆਂ ਨੂੰ ਪਤਾ ਹੈਗੀ ਹੈ ਕਿ ਇਹ ਸਾਰੀ ਚੀਜ਼ ਸਾਡੇ ਰਣਦੀਪ ਸਿੰਘ ਏਕਮ ਵਾਲੇ, ਅਗਰ ਉਹ ਸਾਡੇ ਨਾਲ ਇੱਕ ਆਪੇ ਹੀ ਵਾਹਿਗੁਰੂ ਨੇ ਲੜੀ ਵਿੱਚ ਜੋੜਿਆ ਔਰ ਉਹਨਾਂ ਨੇ ਇਸ ਲੜੀ ਦੇ ਵਿੱਚ ਇਸ ਤਰੀਕੇ ਨਾਲ ਸਾਨੂੰ ਪਰੋਇਆ ਔਰ ਹਾਰ ਬਣਾ ਦਿੱਤਾ ਔਰ ਇਤਨੀ ਮਿਹਨਤ ਨਾਲ ਉਹਨਾਂ ਨੇ ਇਸ ਚੀਜ਼ ਨੂੰ ਅੱਜ 200 ਕਲਾਸਿਸ ਹੋਣਾ ਇੱਕ ਅਦਭੁਤ ਚੀਜ਼ ਹੈਗੀ ਹੈ ਔਰ ਵਾਕਈ ਕਾਬਲੇ ਤਾਰੀਫ ਹੈ। ਅਸੀਂ ਮੈਂ ਕਹਾਂਗਾ ਧੰਨਵਾਦ। ਜਕਾਰਾ ਬੁਲਾਇਆ ਧਰਮਪਾਲ ਜੀ, ਤੁਸੀਂ ਜਰਾ ਪਲੀਜ਼ ਐਡ ਕਰੋ ਏਕਮ ਜੀ ਦੇ ਬਾਰੇ ਔਰ ਫਿਰ ਨਾਲ ਜਕਾਰਾ ਵੀ ਲਗਾਓ ਪਲੀਜ਼ ਧਰਮਪਾਲ ਜੀ। ਉਸ ਤੋਂ ਬਾਅਦ ਅਸੀਂ ਬੇਨਤੀ ਕਰਾਂਗੇ ਸਰਨਜੀਤ ਸਿੰਘ ਜੀ। ਪੂਰੀ ਜਿਹੜੀ ਕਾਮਯਾਬੀ ਹੈ, ਮੈਂ ਸੱਚੀ ਦੱਸਾਂ ਦਿਲੋਂ, ਇਹ ਸਾਡੇ ਸਰਦਾਰ ਰਣਦੀਪ ਸਿੰਘ ਜੀ ਦੀ ਹੈ, ਜਿਨ੍ਹਾਂ ਨੇ ਸਾਨੂੰ ਪਰੋ ਕੇ ਰੱਖਿਆ ਔਰ ਸਾਨੂੰ ਸਾਰੇ ਜਿੰਨੀ ਵੀ ਸੰਗਤ ਹੈ ਦੇਸ਼ ਪ੍ਰਦੇਸ਼ ਸਾਰਿਆਂ ਨੂੰ ਉਹ ਪਾਉਂਦੇ ਸੀ ਟਾਈਮ ਸਿਰ, ਜੋ ਵੀ ਇਹਨਾਂ ਨੇ ਰਿਕਾਰਡਿੰਗ ਕੀਤੀ। ਇਹ ਕੰਮ ਕੋਈ ਆਸਾਨ ਨਹੀਂ ਹੈ, ਇਹ ਬੜਾ ਡੈਡੀਕੇਟਿਡ ਹੈ ਜੋ ਇਹਨਾਂ ਨੇ ਬਹੁਤ ਸੁੰਦਰ ਤਰੀਕੇ ਨਾਲ ਕੀਤਾ ਹੈ ਪੂਰਾ। ਔਰ ਉਹਦੇ ਵਾਸਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਸਾਰੀ ਸੰਗਤ ਦੀ ਤਰਫੋਂ ਵੀ ਮੈਂ ਇਹਦਾ ਧੰਨਵਾਦ ਕਰਦਾ ਦਿਲੋਂ ਮਨੋ। ਬਹੁਤ ਰਣਦੀਪ ਜੀ ਇੱਕ ਜਕਾਰਾ ਬੁਲਾਓ।
हाँ जी, बोले सो निहाल। क्लास स्टार्ट करते हैं जी। संगत का बहुत बहुत शुकराना। ते अज दा सैशन, अज दी क्लास सरदार स्वरनजीत सिंह जी शुरू करनगे जी। ते हमेशा की तरह बहुत ही स्ट्रॉन्ग सब्जेक्ट टॉपिक करता पुरख ते द गेम ऑफ क्रिएशन। सब तो वड्डी चीज जिहड़ी अकाल पुरख ने कीती इस क्रिएशन, ते अज असीं समझांगे जी गेम ऑफ क्रिएशन की है ते साडा रोल की है इहदे च। सुरनजीत जी, ओवर टू यू। लेट्स बिगिन दी 200 क्लास। वाहिगुरू जी का खालसा, ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੀ ਇਜਾਜ਼ਤ ਦੇ ਨਾਲ ਅੱਜ ਦਾ ਸੈਸ਼ਨ ਅਸੀਂ ਸ਼ੁਰੂ ਕਰਦੇ ਹਾਂ। ਔਰ ਜਿਵੇਂ ਕਿ ਪਹਿਲੇ ਹੀ ਅਨਾਉਂਸ ਕੀਤਾ ਜਾ ਚੁੱਕਾ ਹੈ ਕਿ ਅੱਜ ਦਾ ਜੋ ਟੌਪਿਕ ਹੈ ਉਹ ਹੈ ਕਰਤਾ ਪੁਰਖ, that is game of creation। ਅਸੀਂ ਜੋ ਪਹਿਲੇ ਵਿਚਾਰ ਕਰ ਚੁੱਕੇ ਹਾਂ ਉਹ ਇੱਕ ਓੰਕਾਰ ਤੇ ਵੀ ਵਿਚਾਰ ਹੋਈ ਹੈ, ਸਤਨਾਮ ਤੇ ਵੀ ਵਿਚਾਰ ਹੋ ਗਈ ਸੀ। ਔਰ ਅੱਜ ਦਾ ਜੋ ਟੌਪਿਕ ਹੈ ਉਹ ਹੀ ਮੂਲ ਮੰਤਰ ਦਾ ਜੋ ਤੀਸਰਾ ਸਾਡਾ ਪਦਾ ਹੀ ਕਹਿ ਸਕਦੇ ਹੋ, ਕਰਤਾ ਪੁਰਖ। ਔਰ ਅਗਰ ਅਸੀਂ ਦੇਖੀਏ ਤੇ ਪਰਮਾਤਮਾ ਦਾ ਹੋਣਾ, ਪਰਮਾਤਮਾ ਦਾ ਨਿਰੰਕਾਰ ਰੂਪ ਵਿੱਚ ਹੋਣਾ ਇੱਕ ਚੀਜ਼ ਹੈ, ਔਰ ਉਸਦਾ ਫਿਰ ਕ੍ਰੀਏਸ਼ਨ ਚ ਆ ਜਾਣਾ ਇੱਕ ਬਹੁਤ ਹੀ ਵੱਡੀ ਗੇਮ ਦੀ ਬਿਗਨਿੰਗ ਹੈ। ਕਰਤਾ ਪੁਰਖ ਹੈ, ਇਸ ਕਰਕੇ ਅਸੀਂ ਅੱਜ ਡਿਸਕਸ ਕਰ ਰਹੇ ਹਾਂ। ਅਗਰ ਕਰਤਾ ਪੁਰਖ ਵਾਲਾ ਐਸਪੈਕਟ ਨਾ ਹੋਏ ਤੇ ਅੱਜ ਦੀ ਡਿਸਕਸ਼ਨ ਵੀ ਨਹੀਂ ਹੋਏਗੀ। ਸੋ ਜਦੋਂ ਅਸੀਂ ਕਰਤਾ ਪੁਰਖ ਦੀ ਗੱਲ ਕਰਦੇ ਹਾਂ ਤੇ ਇਸ ਵਰਡ ਤੇ ਵਜਨ ਬਹੁਤ ਜ਼ਿਆਦਾ, ਇਸ ਵਜਨ ਉੱਤੇ ਪੂਰੀ ਕ੍ਰੀਏਸ਼ਨ ਦਾ ਵਜਨ ਆ ਜਾਂਦਾ। इट्स नॉट ए सिंपल वर्ड कि परमात्मा करता वे और वो सारी दे समाया होया। सिर्फ इन्ना कह के असी अगे चले जावांगे ते किथे ना किथे असी जो इसदा डीपेस्ट मीनिंग है वो मिस कर जाएंगे, क्योंकि करता पुरख दे उत्ते ही सारी सृष्टि टिकी हुई है। जितनी भी बाणी दा आधार है और जो गेम चल रही है वो सारी गेम इस करता पुरख दे अंदर ही समाई हुई है। सो आज दे सब्जेक्ट नूं असी स्टार्ट करते हैं। करता जो वर्ड है इनू बाणी विचकार करतकारी, करतार, करतार सिहारी नाल, सिरजनहार, करनेहार अलग अलग वर्ड्स दे विचकार भी इस्तेमाल होया और बहुत बार होया। करतार ते बहुत ज्यादा बार इस्तेमाल होया, करता भी बहुत बार इस्तेमाल होया। मे बी ऑल पुट टुगेदर करीब 350-400 बार वर्ड्स आए ने बाणी दे विचकार। और जो पुरख है ਉਹਦੇ ਅਸੀਂ ਭਾਈ ਕਾਨ ਸਿੰਘ ਨਾਭਾ ਜੀ ਦੇ ਕਾਫੀ ਡਿਟੇਲ ਚ ਸਟੱਡੀ ਕਰਕੇ ਦੇਖਿਆ ਕਿ ਕੀ ਮੈਸੇਜ ਬਾਹਰ ਆਉਂਦੇ ਨੇ। ਪੁਰਖ ਦਾ ਇੱਕ ਤੇ ਹੁੰਦਾ ਕੰਪਲੀਟ, ਓਮਨੀ ਪ੍ਰੈਜ਼ੈਂਟ, ਇਨਵਿਜ਼ੀਬਲ ਐਂਡ ਇਨਸੈਪਰੇਬਲ। ਉਹ ਜੋ ਕਰਤਾ ਹੈ ਉਹ ਆਪਣੀ ਕ੍ਰੀਏਸ਼ਨ ਦੇ ਵਿਚਕਾਰ ਇਨਵਿਜ਼ੀਬਲ ਵੀ ਹੈ ਔਰ ਇਨਸੈਪਰੇਬਲ ਵੀ ਹੈ ਔਰ ਹਰ ਜਗ੍ਹਾ ਪ੍ਰੈਜ਼ੈਂਟ ਵੀ ਹੈ। और वो कंप्लीटनेस का भी एक इंडिकेशन है। चारों वर्ड्स मिला के एक बड़ा सोहना खूबसूरत जहा मैसेज छोड़ देने। हर जगह कंप्लीट है, ओमनी प्रेजेंट है, दिखाई नहीं दे रहा और उन्होंने सैपरेट कर भी नहीं सकते। सो करता पुरख अपने आप दे विचकार, क्रिएशन दे विचकार जिस तरह समा गया अपने आप क्रिएशन तो बाद, वो एक बड़ी वड्डी कहानी बनती है अगे चल के। अगर असी देखिए तो गुरु नानक साहब ने बहुत ही स्पष्ट तौर पे अंग 1412 तक किया, जाओ तो प्रेम खिलन का चाओ, सिर धर तली गली मेरी आओ, इत मारक पैर धरी जा, सिर दीजे कान न कीजा। कहते गेम शुरू हो चुकी है। गेम ते जदों भी शुरू हुई करता ही जानदा, तितवार ना जोगी जाने रुत मां ना कोई। करता ही सिर्फ जानदा गेम कदों शुरू हुई सी, पर गेम शुरू हो चुकी है और गेम दे विच असी ऑलरेडी हाँ। ਹੁਣ ਅਗਰ ਅਸੀਂ ਗੇਮ ਨਹੀਂ ਖੇਡ ਰਹੇ ਗੇਮ ਦੇ ਵਿੱਚ ਹੋ ਕੇ ਤੇ ਉਹ ਵੱਖਰੀ ਗੱਲ ਹੈ। ਇਹ ਉਹੀ ਸਿਚੁਏਸ਼ਨ ਹੈ ਕਿ ਕੋਈ ਬੰਦਾ ਕ੍ਰਿਕਟ ਗਰਾਊਂਡ 'ਚ ਬੈਟ ਲੈ ਕੇ ਜਾਏ ਔਰ ਇੱਧਰ ਉੱਧਰ ਦੌੜਦਾ ਰਹੇ, ਨਾ ਪਿਚ ਤੇ ਜਾਏ, ਨਾ ਉਹਨੇ ਬੈਟਿੰਗ ਕਰੇ, ਨਾ ਉਹ ਬੋਲਿੰਗ ਕਰੇ, ਟਾਈਮ ਪਾਸ ਕਰੇ ਔਰ ਬਾਹਰ ਆ ਜਾਏ, ਤੇ ਉਹ ਵੀ ਕਹਿ ਸਕਦੇ ਹੋ ਵੀ ਬੰਦਾ ਗਿਆ ਸੀ ਖੇਡਣ, ਖੇਡ ਕੇ ਨਹੀਂ ਆਇਆ, ਉਹਨੂੰ ਸ਼ਾਇਦ ਚਾਹ ਹੀ ਨਹੀਂ ਉੱਠਿਆ। ਔਰ ਅਗਰ ਚਾਹ ਨਹੀਂ ਹੈ ਤੇ ਫਿਰ ਗੱਲ ਬਣੇਗੀ ਵੀ नहीं। और गुरु नानक साहब ने जो इस खेड नूं नाम दिता हुआ है
प्रेम दी खेड, जो तो प्रेम खिलन का चाओ। सो गेम ऑफ लव। तो गुरु नानक साहब ने बहुत ही प्यारा वर्ड इस्तेमाल किया है, गेम ऑफ लव। कहते अगर ये खेडनी है तो मेरी तली ते अपना सिर रख के आना। फिर ਤੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ, ਇਜ਼ ਦਾ ਗੇਮ ਆਫ ਕ੍ਰੀਏਸ਼ਨ ਐਕਚੁਅਲੀ ਇਹ ਗੇਮ ਆਫ ਲਵ? ਆਫਟਰ ਹੈ ਕਿ ਗੇਮ ਆਫ ਕ੍ਰੀਏਸ਼ਨ ਤੇ ਅਸੀਂ ਸਮਝਦੇ ਹੀ ਹਾਂ ਕ੍ਰੀਏਸ਼ਨ ਹੈ। ਇਜ਼ ਇਟ ਦਾ ਗੇਮ ਆਫ ਲਵ ਜੋ ਗੁਰੂ ਨਾਨਕ ਸਾਹਿਬ ਬੁਲਾ ਰਹੇ? ਔਰ ਵੈਸੇ ਵੱਖਰਾ ਹੋ ਵੀ ਨਹੀਂ ਸਕਦਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ, ਪਰ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਊ ਦਿਸ ਗੇਮ ਆਫ ਕ੍ਰੀਏਸ਼ਨ ਬਿਕਮ ਅ ਗੇਮ ਆਫ ਲਵ। ਸੋ ਲੈਟਸ ਅੰਡਰਸਟੈਂਡ ਦੈਟ ਐਵਰੀ ਗੇਮ ਹੈਜ਼ ਰੂਲਸ। ਸਾਨੂੰ ਸਭ ਨੂੰ ਇਹ ਸਪਸ਼ਟ ਹੋਣਾ ਚਾਹੀਦਾ, ਐਸੀ ਦੁਨੀਆ 'ਚ ਕੋਈ ਗੇਮ ਨਹੀਂ ਖੇਡੀ ਜਾਂਦੀ ਜਿਹਦੇ 'ਚ ਰੂਲਸ ਨਾ ਹੋਣ। ਤੁਸੀਂ ਕੋਈ ਵੀ ਗੇਮ ਲੈ ਲਓ, ਉੱਥੇ ਤੁਹਾਨੂੰ ਇੱਕ ਕੋਚ ਹੋਏਗਾ, ਤੁਹਾਨੂੰ ਸਾਰੇ ਰੂਲ ਸਮਝਾਏਗਾ। ਅਸੀਂ ਹੁਣੇ ਕ੍ਰਿਕਟ ਦੀ ਗੱਲ ਕਰ ਰਹੇ ਸੀ, 11 ਪਲੇਅਰ ਹੋਣਗੇ, ਬੈਟਿੰਗ ਹੋਏਗੀ, ਬੋਲਿੰਗ ਹੋਏਗੀ, ਫੀਲਡਰ ਹੋਣਗੇ, ਸਭ ਹੋਏਗਾ। ਕੋਈ ਵੀ ਗੇਮ ਲੈ ਲਓ, ਉਹਦੇ ਰੂਲਸ ਤੋਂ ਬਿਨਾਂ ਕੋਈ ਗੇਮ ਬਣਦੀ ਨਹੀਂ ਹੈ, ਗੇਮ ਸ਼ੁਰੂ ਵੀ ਨਹੀਂ ਹੁੰਦੀ। ਸੋ ਗੇਮ ਦੇ ਕੁਝ ਰੂਲ ਹੈ, ਆਹਿਸਤਾ ਆਹਿਸਤਾ ਇਹ ਗੇਮ, ਪ੍ਰੇਮ ਦੀ ਗੇਮ ਕਿਵੇਂ ਬਣ ਜਾਏਗੀ ਉਹ ਅਸੀਂ ਦੇਖਦੇ ਹਾਂ ਫਿਰ। ਸੋ ਫਰਮ ਡਿਵਾਈਨ ਕੁਆਲਿਟੀਜ਼ ਟੂ ਹਿਊਮਨ ਕੁਆਲਿਟੀਜ਼। ਇੱਕ ਵਾਰ ਇਹ ਖਿਆਲ ਆਇਆ ਕਿ ਜਦੋਂ ਅਸੀਂ ਮੂਲ ਮੰਤਰ ਨੂੰ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ, ਬਾਣੀ ਵਿਚਕਾਰ 2-1 ਰਾਗਾਂ ਨੂੰ ਛੱਡ ਕੇ ਸਭ ਤੋਂ ਪਹਿਲੇ ਮੂਲ ਮੰਤਰ ਹੀ ਲਿਖਿਆ। ਬਾਣੀ ਦੇ ਅੰਦਰ ਵੀ ਕਈ ਵਾਰ ਮੂਲ ਮੰਤਰ ਰਿਪੀਟ ਹੋਏ ਨੇ, ਔਰ ਮੂਲ ਮੰਤਰ ਦੀ ਬਹੁਤ ਵੱਡੀ ਅਹਿਮੀਅਤ ਹੈ। ਜਿਵੇਂ ਇੱਕ ਓਂਕਾਰ ਦੀ ਅਸੀਂ ਅਹਿਮੀਅਤ ਉਸ ਦਿਨ ਗੱਲ ਕਰ ਰਹੇ ਸੀ, ਮੂਲ ਮੰਤਰ ਦੀ ਇੱਕ ਆਪਣੀ ਬਹੁਤ ਵੱਡੀ ਅਹਿਮੀਅਤ ਹੈ। ਤੇ ਜੋ ਅਕਸਰ ਅਸੀਂ ਕਹਿੰਦੇ ਹਾਂ ਕਿ ਮੂਲ ਮੰਤਰ ਵਿੱਚ ਪਰਮਾਤਮਾ ਦੀਆਂ ਡਿਵਾਈਨ ਕੁਆਲਿਟੀਜ਼ ਲਿਖੀਆਂ ਗਈਆਂ, ਔਰ ਉਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ, ਉਹ ਹਰ ਕੋਈ ਸਮਝਦਾ ਵੀ ਹੈ। ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਉਹ ਪ੍ਰਸਾਦ ਉਹ ਕਿਰਪਾ ਕਰਦਾ, ਉਹ ਵੀ ਉਹਦੀ ਕੁਆਲਿਟੀ ਹੀ ਹੈ। ਸੋ ਇੱਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਜਦੋਂ ਡਿਵਾਈਨ ਕੁਆਲਿਟੀਜ਼ ਹੈ, ਤੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕੀ ਸਿਰਫ ਨਿਰਭਉ ਨਿਰਵੈਰ ਹੀ ਸਾਡੇ ਲਈ ਹੈ, ਬਾਕੀ ਸਭ ਪਰਮਾਤਮਾ ਦੀਆਂ ਕੁਆਲਿਟੀਆਂ ਸੀ। ਉਹ ਕਰਤਾ ਵੇ, ਉਹ ਨਿਰਭਉ ਨਿਰਵੈਰ ਹੈ, ਸਾਨੂੰ ਕਿਹਾ ਜਾਂਦਾ ਅਸੀਂ ਵੀ ਨਿਰਭਉ ਨਿਰਵੈਰ ਹੋਣਾ। ਬਾਕੀ ਉਹ ਅਕਾਲ ਮੂਰਤ ਹੈ, ਉਹ ਜੂਨਾਂ 'ਚ ਨਹੀਂ ਆਉਂਦਾ, ਆਪਣੇ ਆਪ ਤੋਂ ਸੈਲਫ ਐਗਜ਼ਿਸਟੈਂਸ਼ੀਅਲ ਹੈ। ਗੁਰੂ ਦੀ ਕਿਰਪਾ ਨਾਲ ਅਸੀਂ ਪਹੁੰਚ ਸਕਦੇ ਹਾਂ, ਕਿਰਪਾ ਵੀ ਉਹੀ ਕਰਦਾ। ਸੋ ਇਹ ਭਾਵ ਕਈ ਵਾਰ ਦਿੱਤਾ ਜਾਂਦਾ ਕਿ ਨਿਰਭਉ ਨਿਰਵੈਰ ਦੇ ਜਿਹੜੇ 2 ਵਰਡਸ ਹੈ, ਸਾਨੂੰ ਇਹਦੇ ਤੇ ਹੀ ਫੋਕਸ ਕਰਨਾ ਹੈ। ਔਰ ਇਹ ਕੋਈ ਸ਼ੱਕ ਦੀ ਗੱਲ ਨਹੀਂ ਕਿ ਨਿਰਭਉ ਨਿਰਵੈਰ ਦੀ ਬਹੁਤ ਬਹੁਤ ਵੱਡੀ ਇੰਪੋਰਟੈਂਸ ਹੈ, ਪਰ ਸਾਨੂੰ ਕਿਤੇ ਨਾ ਕਿਤੇ ਮੂਲ ਮੰਤਰ ਨੂੰ ਇੱਕ ਵਾਰ ਦੁਬਾਰਾ ਦੇਖਣ ਦੀ ਲੋੜ ਹੈ ਕਿ ਸਾਨੂੰ ਇਹ ਪੂਰਾ ਮੈਸੇਜ ਕੀ ਦਿੰਦਾ। ਨਿਰਭਉ ਨਿਰਵੈਰ ਤੇ ਇੱਕ ਹੈ, ਪਰਮਾਤਮਾ ਦੇ ਕੁਝ ਰੱਬੀ ਗੁਣ ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਅਸੀਂ ਰੋਜ਼ ਕਿਉਂ ਪੜ੍ਹ ਰਹੇ ਹਾਂ, what is there for us। ਸੋ ਇਹਨੂੰ ਇੱਕ ਵਾਰ ਦੁਬਾਰਾ ਵਿਚਾਰ ਕਰਕੇ ਫਿਰ ਅਸੀਂ ਕਰਤਾ ਪੁਰਖ ਤੇ ਵਾਪਸ ਆਵਾਂਗੇ। ਸੋ ਇਹਦੇ ਨਾਲ ਪਹਿਲਾਂ ਕੁਝ ਕੁਐਸਚਨਸ ਆ ਗਏ ਕਿ ਇਸ ਮੂਲ ਮੰਤਰ ਐਨ ਅਕਾਊਂਟ ਆਫ ਬੇਸਿਕ ਕੁਆਲਿਟੀ ਆਫ ਡਿਵਾਈਨ, ਉਹਦਾ ਹਿਸਾਬ ਕਿਤਾਬ ਹੈ ਕਿ ਡਿਵਾਈਨ ਦੀਆਂ ਕੀ ਕੁਆਲਿਟੀਜ਼ ਹੈ। what is there for me beyond ਨਿਰਭਉ ਨਿਰਵੈਰ, ਮੇਰੇ ਤੋਂ ਇਸ ਤੋਂ ਇਲਾਵਾ ਹੋਰ ਕੀ ਹੈ। what is the game of creation, or did God take my permission before creating me। ਪਰਮਾਤਮਾ ਨੇ ਮੈਨੂੰ ਪੁੱਛਿਆ ਸੀ ਵੀ ਤੁਹਾਨੂੰ ਭੇਜ ਰਿਹਾ ਗੇਮ 'ਚ, ਤੂੰ ਜਾਣਾ ਚਾਹੁੰਦਾ ਕਿ ਨਹੀਂ ਜਾਣਾ ਚਾਹੁੰਦਾ। and is there something hidden which I should know, ਜਾਂ ਕੁਝ ਐਸੀ ਚੀਜ਼ ਛੁਪੀ ਹੈ ਜੋ ਮੈਨੂੰ ਅਜੇ ਨਹੀਂ ਸਮਝ ਆ ਰਹੀ ਔਰ ਮੇਰੇ ਲਈ ਸਮਝਣੀ ਜ਼ਰੂਰੀ ਹੈ। ਬਾਕੀ ਕੁਐਸਚਨਸ ਦੇ ਤੇ ਚਲੋ ਅਸੀਂ ਅੱਗੇ ਚੱਲ ਕੇ ਵਿਸਤਾਰ 'ਚ ਗੱਲ ਕਰਾਂਗੇ। ਕੁਐਸਚਨ 3 ਵਾਲਾ ਜਿਹਦੇ 'ਚ ਕਹਿੰਦਾ ਡਿਡ ਗੋਡ ਟੇਕ ਮਾਈ ਪਰਮਿਸ਼ਨ ਬਿਫੋਰ ਕ੍ਰੀਏਟਿੰਗ ਮੀ। ਅਸੀਂ ਪਰਮਾਤਮਾ ਨੂੰ ਤੇ ਪੁੱਛ ਸਕਦੇ ਹਾਂ, ਪਰ ਅਸੀਂ ਕਦੀ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਦੀ ਪਰਮਿਸ਼ਨ ਲਈ ਸੀ ਬੱਚਿਆਂ ਨੂੰ ਦੁਨੀਆ ਤੋਂ ਲਿਆਉਣ ਤੋਂ ਪਹਿਲੇ? ਅਸੀਂ ਪਰਮਾਤਮਾ ਤੇ ਜਿਹੜਾ ਕੁਐਸਚਨ ਕਰਨ ਜਾ ਰਹੇ ਹਾਂ, ਅਸੀਂ ਕਦੀ ਬੱਚਿਆਂ ਨੂੰ ਪੁੱਛਿਆ ਸੀ ਵੀ ਤੁਹਾਨੂੰ ਦੁਨੀਆ 'ਚ ਲਿਆਉਣਾ ਚਾਹੁੰਦੇ ਹੋ, ਤੁਸੀਂ ਆਉਣਾ ਚਾਹੁੰਦੇ ਹੋ ਜਾਂ ਨਹੀਂ? ਸੋ ਹੈ ਤੇ ਬੜੇ ਡੂੰਘੇ ਸਵਾਲ ਹੈ, ਜਵਾਬ ਵੀ ਸਾਨੂੰ ਆਹਿਸਤਾ ਆਹਿਸਤਾ ਢੂੰਡਨੇ ਹੈ। ਸੋ ਲੈਟਸ ਮੂਵ ਫਾਰਵਰਡ। ਆਊਟਲਾਈਨ ਆਫ ਦਾ ਗੇਮ ਆਫ ਕ੍ਰੀਏਸ਼ਨ। ਹੁਣ ਗੇਮ ਆਫ ਕ੍ਰੀਏਸ਼ਨ ਦੀ ਇੱਕ ਆਊਟਲਾਈਨ ਹੈ, ਸਾਨੂੰ ਇੱਕੋ ਸ਼ਬਦ ਤੋਂ ਬਾਈ ਚਾਂਸ ਬਹੁਤ ਕੁਝ ਮਿਲ ਗਿਆ, ਬਹੁਤ ਕੁਝ ਮਿਲਿਆ। ਔਰ ਇਹ ਸ਼ਬਦ ਹੈ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ, ਤੂੰ ਜਾਣੋਈ ਸਭ ਸਹਿ ਦਿਲ ਐਸੈ ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਆਸਾ ਦੀ ਵਾਰ ਦੇ ਵਿਚਕਾਰ
ਸੋ ਇਹ ਸ਼ਬਦ ਰੋਜ਼ ਆਸਾ ਦੀ ਵਾਰ ਸੁਣਦੇ ਆ, ਰੋਜ਼ ਸ਼ਬਦ ਪੜ੍ਹੀਦਾ ਹੈ। ਇਹਦੇ ਚ ਕ੍ਰੀਏਸ਼ਨ ਤੋਂ ਲੈ ਕੇ, ਫੈਲਾਓ ਤੋਂ ਲੈ ਕੇ, ਪਸਾਰੇ ਤੋਂ ਲੈ ਕੇ ਇੱਕ ਬੜਾ ਵੱਡਾ ਮੈਸੇਜ ਛੋੜਿਆ, ਆਣ ਜਾਣ ਤੱਕ ਦਾ ਵੀ ਹੈ। ਦੇ ਲੈਸ ਜਿੰਦ ਕੋ, ਇਹ ਸ਼ਬਦ ਨੂੰ ਆਧਾਰ ਮੰਨ ਕੇ ਅਸੀਂ ਇੱਕ ਵਾਰ ਫਿਰ ਮੂਲ ਮੰਤਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇੱਕ ਓੰਕਾਰ ਤੋਂ ਸ਼ੁਰੂਆਤ ਹੈ, ਜਿਹਨੂੰ ਅਸੀਂ ਪਰਮਾਤਮਾ ਕਿਹਾ ਹੈ। ਉਹਦੇ ਦੋ ਸਰੂਪ ਹੈ, ਨਿਰਾਕਾਰ ਔਰ ਸਾਕਾਰ। ਇੱਕ ਓੰਕਾਰ ਤੋਂ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ। ਉਹ ਆਪਣੇ ਆਪ ਤੋਂ ਹੀ ਸਜਿਆ, ਉਹਨੇ ਆਪਣਾ ਨਾਮ ਵੀ ਆਪ ਹੀ ਸਜਾਇਆ, ਆਪਣੇ ਆਪ ਹੀ ਰਚਿਆ। ਸਤਨਾਮ ਵੀ ਉਸੀ ਨੇ ਰਚਿਆ। ਸੋ ਇੱਕ ਓੰਕਾਰ ਤੋਂ ਜਦੋਂ ਸ਼ੁਰੂਆਤ ਹੋਈ ਤੇ ਸਤਨਾਮ ਆ ਗਿਆ ਅੱਗੇ, ਉਹਨੇ ਰਚ ਦਿੱਤਾ, ਆਪਣਾ ਨਾਮ ਵੀ ਰਚ ਦਿੱਤਾ। ਨਾਂ ਦੇ ਬਾਰੇ ਅਸੀਂ ਬਹੁਤ ਡਿਟੇਲਸ ਡਿਸਕਸ ਕਰ ਚੁੱਕੇ ਹਾਂ ਆਲਰੇਡੀ। ਫਿਰ ਸਤਨਾਮ ਤੋਂ ਕਰਤਾ ਪੁਰਖ, ਦੁਈ ਕੁਦਰਤ ਸਾਜੀਏ ਕਰਾਸਨ ਡਿਠੋ ਚਾਹੇ। ਹੁਣ ਉਸ ਤੋਂ ਬਾਅਦ ਕੁਦਰਤ ਵੀ ਸਾਜ ਦਿੱਤੀ। ਅਜੇ ਤੱਕ ਤੇ ਨਾਮ ਸੀ, ਨਾਮ ਦੇ ਅੱਗੇ ਸਤ ਲੱਗਿਆ, ਸਤ ਦੀ ਹੋਂਦ ਪਰਮਾਨੈਂਟ ਹੈ। ਸੋ ਸਤ ਦੀ ਕੋਈ ਫਿਜ਼ੀਕਲ ਫਾਰਮ ਤੇ ਨਹੀਂ ਹੈ, ਕਿਉਂਕਿ ਅੱਗੇ ਸਤ, ਕਿਉਂਕਿ ਇੱਕ ਨਾਮ ਦੇ ਅੱਗੇ ਸਤ ਲੱਗਿਆ। ਨਾਮ ਐਗਜ਼ਿਸਟੈਂਸ਼ੀਅਲ ਹੈ, ਜਿਵੇਂ ਪਰਮਾਤਮਾ ਐਗਜ਼ਿਸਟੈਂਸ਼ੀਅਲ ਹੈ। ਪਰਮਾਤਮਾ ਦੇ ਗੁਣ, ਬਿਊਟੀ, ਇੰਟੈਲੈਕਟ, ਪਾਵਰ, ਸਭ ਕੁਝ ਜੋ ਹੈ ਉਹ ਐਗਜ਼ਿਸਟੈਂਸ਼ੀਅਲ ਵੀ ਹੈ ਔਰ ਹਮੇਸ਼ਾ ਰਹਿਣ ਵਾਲਾ ਹੈ। ਤਾਂ ਸ੍ਰਿਸ਼ਟੀ ਹੋਏ ਜਾਂ ਨਾ ਹੋਏ, ਪਰਮਾਤਮਾ ਦੇ ਸਾਰੇ ਗੁਣਾਂ ਦਾ ਭੰਡਾਰ ਉਹਦਾ ਨਾਮ ਹੈ, ਜੋ ਹਮੇਸ਼ਾ ਰਹਿਣ ਵਾਲਾ। ਉਸੇ ਗੁਣਾਂ ਚੋਂ, ਉਹਨਾਂ ਹੀ ਪਾਵਰ ਵਿੱਚੋਂ ਕਰਤਾ ਪੁਰਖ ਨੇ ਕ੍ਰੀਏਸ਼ਨ ਕ੍ਰੀਏਟ ਕਰ ਦਿੱਤੀ। ਸੋ ਦੁਈ ਕੁਦਰਤ ਸਾਜੀਏ ਕਰਾਸਨ ਡਿਠੋ ਜਾਓ। ਆਮ ਤੌਰ ਤੇ ਵਰਡ ਦੁਈ ਯੂਜ਼ ਕੀਤਾ ਜਾਂਦਾ ਹੈ ਕਿ ਨਾਮ ਤੋਂ ਬਾਅਦ ਜੋ ਸੈਕਿੰਡ ਸਟੈਪ ਲਿਆ ਗਿਆ ਉਹ ਸ੍ਰਿਸ਼ਟੀ ਬਣਾਉਣ ਦਾ ਲਿਆ ਗਿਆ, ਪਰ ਨਾਮ ਤੇ ਐਗਜ਼ਿਸਟੈਂਸ਼ੀਅਲ ਹੈ, ਪਰਮਾਨੈਂਟ ਹੈ। ਫਿਰ ਉਹ ਦੁਈ ਵਾਲੀ ਗੱਲ ਕਈ ਵਾਰ ਕਨਫਿਊਜ਼ ਕਰਦੀ ਹੈ। ਕਈ ਵਾਰ ਮੈਨੂੰ ਇਹ ਲੱਗਦਾ ਕਿ ਦੁਈ ਵਰਡ ਆਇਆ ਕਿ ਦੋ ਤਰ੍ਹਾਂ ਦੀ ਕੁਦਰਤ ਸਾਜੀ ਹੈ, ਔਰ ਅੱਗੇ ਚੱਲ ਕੇ ਅਸੀਂ ਉਹਦੀ ਗੱਲ ਵੀ ਕਰਾਂਗੇ। ਦੁਈ ਕੁਦਰਤ, ਦੋ ਤਰ੍ਹਾਂ ਦੀ ਕੁਦਰਤ ਹੈ। ਕੁਦਰਤ ਤੇ ਇੱਕ ਹੀ ਹੈ, ਪਰ ਉਹਦੇ ਦੋ ਡਿਫਰੈਂਟ ਭਾਵ ਸਾਡੇ ਸਾਹਮਣੇ ਆ ਜਾਂਦੇ ਨੇ, ਖੁੱਲ ਕੇ ਆਉਂਦੇ ਨੇ। ਕਰ ਆਸਣ ਡਿਠੋ ਚਾਓ, ਆਪਣਾ ਆਸਣ ਤੇ ਡਿਠੋ ਚਾਓ ਕਰ ਰਹੇ। ਹੁਣ ਅੱਗੇ ਸਟੇਜ ਆਈਏ ਕਰਤਾ ਪੁਰਖ ਨਾਓ ਐਂਟਰਿੰਗ ਇਨਟੂ ਦਾ ਗੇਮ। ਹੁਣ ਅਸੀਂ ਵੀ ਕਿੱਥੇ ਗੇਮ ਦੇ ਵਿੱਚ ਐਂਟਰ ਕਰ ਗਏ। ਹੁਣ ਤੱਕ ਤੇ ਕਰਤਾ ਨੇ ਸ੍ਰਿਸ਼ਟੀ ਬਣਾਈ ਸੀ। ਜਦੋਂ ਵੀ ਇਵੋਲਿਊਸ਼ਨ ਤੋਂ ਬਾਅਦ ਕਰਦੇ ਕਰਦੇ ਚਲਦੇ ਚਲਦੇ ਸਮਾਂ ਆਇਆ ਜਦੋਂ ਮਨੁੱਖ ਵੀ ਸਾਹਮਣੇ ਆ ਗਏ। ਸੋ ਕਰਤਾ ਪੁਰਖ ਦੀ ਕ੍ਰੀਏਸ਼ਨ ਦੇ ਵਿਚਕਾਰ ਨਿਰਭਉ ਨਿਰਵੈਰ ਦੋ ਰੱਬੀ ਗੁਣਾਂ ਦੇ ਕਰਕੇ ਕਰਤੇ ਦੀ ਕ੍ਰੀਏਸ਼ਨ ਵਿਚਕਾਰ ਫਿਰ ਸਾਰੇ ਜੀ ਜੰਤੂ ਪਹੁੰਚਦੇ ਪਹੁੰਚਦੇ ਮਨੁੱਖ ਤੱਕ ਆਏ। ਕਹਿੰਦੇ ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰੇ ਪਸਾਓ। ਉਸ ਤੋਂ ਬਾਅਦ ਇਹ ਪਸਾਰਾ ਹੋ ਗਿਆ। ਕਰਤਾ ਪੁਰਖ ਨੇ ਜੋ ਵੀ ਕਰਨਾ ਸੀ, ਇਹਨੂੰ ਅਸੀਂ ਕਰਤਾ ਪੁਰਖ ਦੇ ਪਸਾਰੇ ਨੂੰ ਨਿਰਭਉ ਨਿਰਵੈਰ ਕਰਕੇ ਦੇਖੀਏ ਤੇ ਉਹ ਫਰਦਰ ਸਪਰੈਡ ਹੋਇਆ। ਨਿਰਭਉ ਨਿਰਵੈਰ ਦੋ ਖਾਸ ਸਾਡੇ ਚੀਜ਼ਾਂ ਸਾਹਮਣੇ ਆਈਆਂ। ਤੇ ਫਿਰ ਦੋ ਹੀ ਕਿਉਂ ਆਈਆਂ, ਇਹਨੂੰ ਥੋੜਾ ਜਿਹਾ ਹੋਰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਨਿਰਭਉ ਦੀ, ਉਹਦਾ ਮਤਲਬ ਹੈ ਕਾਮ ਐਂਡ ਕੌਨਫੀਡੈਂਟ। ਜਿਹੜਾ ਬੰਦਾ ਕੌਨਫੀਡੈਂਟ ਹੋਏਗਾ ਉਹਨੂੰ ਕਦੀ ਡਰ ਨਹੀਂ ਹੋਏਗਾ, ਔਰ ਉਹ ਸ਼ਾਂਤ ਵੀ ਹੋਏਗਾ। ਜਿਹੜਾ ਬੰਦਾ ਬਹੁਤ ਰੋਲਾ ਪਾ ਰਿਹਾ, ਕਿੱਥੇ ਅੰਦਰੋਂ ਡਰਿਆ ਹੋਇਆ, ਸੋ ਸ਼ਾਂਤ ਅਤੇ ਭਰੋਸੇ ਦੇ ਅੰਦਰ ਹੈ ਜੋ ਉਹ ਨਿਰਭਉ ਹੈ। ਪਰਮਾਤਮਾ ਵੀ ਸ਼ਾਂਤ ਔਰ ਕੌਨਫੀਡੈਂਟ ਤੇ ਕੋਈ ਡਾਊਟ ਹੀ ਨਹੀਂ ਹੈ। ਔਰ ਇਹ ਵੀ ਕਿਹਾ ਗਿਆ ਕਿ ਇਹ ਰੱਬੀ ਗੁਣ ਸਾਨੂੰ ਵੀ ਲੈਣੇ ਹਨ। ਫਿਰ ਆਂਦੀ ਨਿਰਵੈਰ ਦੀ। ਜੋ ਨਿਰਵੈਰ ਹੈ, ਇਟ ਗਿਵਸ ਅ ਮੈਸੇਜ ਆਫ ਗੁੱਡਵਿਲ ਐਂਡ ਜਸਟਿਸ। ਕਿਸੇ ਨਾਲ ਵੈਰ ਨਹੀਂ ਹੈ, ਵੈਰ ਹੈ ਨਹੀਂ ਤੇ ਗੁੱਡਵਿਲ ਆਪਣੇ ਆਪ ਕ੍ਰੀਏਟ ਹੋਈ। ਔਰ ਗੁੱਡਵਿਲ ਐਂਡ ਜਸਟਿਸ, ਜਸਟਿਸ ਮਤਲਬ ਇੱਥੇ ਨਿਆਂ ਵੀ ਪੂਰਾ ਹੈ। ਨਿਰਵੈਰ ਹੈ ਤੇ ਨਿਆਂ ਦੀ ਗੱਲ ਜ਼ਰੂਰ ਆਏਗੀ। ਸੋ ਸਦਭਾਵਨਾ ਅਤੇ ਨਿਆਂ ਦਾ ਜੋ ਇੱਕ ਕੰਬੀਨੇਸ਼ਨ ਹੈ ਉਹ ਨਿਰਭਉ ਔਰ ਨਿਰਵੈਰ ਹੈ। ਅਸੀਂ ਜਦੋਂ ਰੱਬੀ ਗੁਣਾਂ ਨੂੰ ਐਕਸਪੈਂਡ ਕਰਕੇ ਦੇਖਾਂਗੇ ਤੇ ਦੇਖਾਂਗੇ ਕਿਤੇ ਨਾ ਕਿਤੇ ਜਾਂ ਉਹ ਨਿਰਭਉ ਨਾਲ ਜਾ ਕੇ ਜੁੜ ਜਾਂਦੇ ਨੇ ਜਾਂ ਉਹ ਨਿਰਵੈਰ ਨਾਲ ਜਾ ਕੇ ਜੁੜ ਜਾਂਦੇ। ਕੋਈ ਵੀ ਪਰਮਾਤਮਾ ਦੇ ਬੇਅੰਤ ਗੁਣਾਂ ਨੂੰ ਉਠਾਵਾਂਗੇ ਉਹ ਸਾਨੂੰ ਪਤਾ ਲੱਗੇਗਾ ਜਾਂ ਉਹ ਨਿਰਭਉ ਨਾਲ ਲਿੰਕਡ ਹੈ ਜਾਂ ਨਿਰਵੈਰ ਨਾਲ ਲਿੰਕਡ ਹੈ। ਤੋ ਜੋ ਨਿਰਭਉ ਹੈ ਉਹ ਵਰਚੂ ਸਿਸਟਮ ਹੈ ਜਿਹਨੂੰ ਅਸੀਂ ਗੁਣ ਕਹਿੰਦੇ ਹਾਂ, ਔਰ ਜੋ ਨਿਰਵੈਰ ਹੈ ਉਹ ਵੈਲਿਊ ਸਿਸਟਮ ਹੈ ਜਿਹਨੂੰ ਅਸੀਂ ਚੰਗਿਆਈਆਂ ਕਹਿੰਦੇ ਹਾਂ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਬੜੀ ਡਿਟੇਲ ਚ ਇੱਕ ਮੋਡਿਊਲ ਚ ਅਸੀਂ ਦੀ ਵਿਚਾਰ ਕੀਤੀ ਹੋਈ ਹੈ।
ਪਰ ਇਹ ਵੈਲਿਊਜ਼ ਐਂਡ ਵਰਚੂਜ਼ ਨੂੰ ਸਾਨੂੰ ਸੈਪਰੇਟਲੀ ਵੀ ਸਮਝਣਾ ਬਹੁਤ ਜ਼ਰੂਰੀ ਹੈ। ਜੋ ਵੈਲਿਊ ਸਿਸਟਮ ਹੁੰਦਾ ਕਿ ਮੇਰੇ ਜ਼ਿੰਦਗੀ ਦੇ ਅਸੂਲ ਕੀ ਹਨ, ਦੈਟ ਇਜ਼ ਦਾ ਵੈਲਿਊ ਸਿਸਟਮ, ਜਿਹਨੂੰ ਅਸੀਂ ਚੰਗਿਆਈਆਂ ਕਹਿੰਦੇ ਹਾਂ। ਉਹ ਇਹਨਾਂ ਚੰਗਿਆਈਆਂ ਦਾ ਜਦੋਂ ਪ੍ਰਗਟਾਵਾ ਤਾਂ ਪੋਸੀਬਲ ਹੈ ਅਗਰ ਇਨਸਾਨ ਦੇ ਅੰਦਰ ਕੁਝ ਗੁਣ ਹੋਣ। ਫॉर एग्जांपल ਉਹ ਇਨੀਸ਼ੀਏਟਿਵ ਲੈਣਾ ਜਾਣਦਾ ਹੋਏ, ਉਹਦੇ ਕੋਲ ਗਿਆਨ ਹੋਏ, ਉਹਦੇ ਕੋਲ ਸਿਚੁਏਸ਼ਨ ਨੂੰ ਟੈਕਲ ਕਰਨਾ ਆਉਂਦਾ ਹੋਏ, ਸਾਰੇ ਗੁਣ ਹੋਣ। ਤੇ ਉਹ ਚੰਗੇ ਜੋ ਚੰਗਿਆਈਆਂ ਨੇ ਉਹਨਾਂ ਦਾ ਪ੍ਰਗਟਾਵਾ ਗੁਣਾਂ ਤੋਂ ਬਿਨਾਂ ਨਹੀਂ ਹੋ ਸਕਦਾ। ਸੋ ਇੱਕ ਜੋ ਨਿਰਭਉ ਹੋਣਾ ਹੈ ਉਹ ਗੁਣ ਹੈ, ਨਿਰਵੈਰ ਹੋਣਾ ਇੱਕ ਚੰਗਿਆਈ ਹੈ। तो मिठत नीवी नानका गुण चंगियाइयां तत्। वैसे कई बार बाणी दे विच जदों गुण कहा गया ते उहदे विच चंगियाइयां भी इनकलूडिड है, यह भी कोई डाउट नहीं है, क्योंकि जो पोएटिक सेंस विच जदों चीज कही जाती है तो कई बार जदों गुण कहा जाता है गुण विच चंगियाइयां भी मिलातियां। पर बहुत जगह चंगियाइयां नूं सैपरेटली भी कहा गया और गुण नूं सैपरेट भी कहा गया, जिवें कि थल्ले दी पंक्ति च है ना, मिठत नीवी नानका गुण चंगियाइयां तत्। ਇਹ ਸਾਡੀ ਇੱਕ ਅੰਡਰਸਟੈਂਡਿੰਗ ਇੱਕ ਲੈਵਲ ਤੱਕ ਨਿਰਵੈਰ ਤੱਕ ਪਹੁੰਚੇ ਹਾਂ ਅਸੀਂ ਜਦੋਂ ਅਸੀਂ ਮੂਲ ਮੰਤਰ ਦੀ ਗੱਲ ਕਰ ਰਹੇ ਹਾਂ। ਹੁਣ ਅਸੀਂ ਇਸ ਗੇਮ ਤੋਂ ਆਹਿਸਤਾ ਆਹਿਸਤਾ ਬਾਹਰ ਆਣਾ। ਅਜੇ ਤੱਕ ਤੇ ਗੁਣ ਚੰਗਿਆਈਆਂ ਸਨ, ਉਹਨਾਂ ਦਾ ਤੱਤ ਸੀ, ਉਹਨਾਂ ਦਾ ਪ੍ਰਗਟਾਵਾ ਮਨੁੱਖ ਨੇ ਵੀ ਗੁਣ ਔਰ ਚੰਗਿਆਈਆਂ ਲਏ, ਗੇਮ 'ਚ ਐਂਟਰ ਹੋਏ, ਐਂਟਰਿੰਗ ਇਨਟੂ ਦਾ ਗੇਮ। ਹੁਣ ਗੇਮ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। इस गेम तू बाहर आंदी कि तू जानो ही सबसे दे लैस है जिंद को आओ। हुण ते परमात्मा तू जिंदा नू दे रहे हैं, लै रहे हैं, करोड़ां जी आ रहे ने जा रहे ने, ते सिलसिला लगातार बनया होया है। इस अर्थ ते बनिया या करोड़ां जिहड़ियां होर अर्थ हैं उन्हां ते बनिया है। कितनी जगह वर्ल्ड चल रहे ने, कितने बेअंत चल रहे ने, इस सिलसिला ते चली जा रहा। सो जेड़े जेड़े इस अवस्था तक पहुंच ਇਹਨੂੰ ਥੋੜਾ ਜਿਹਾ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਅਕਾਲ ਮੂਰਤ ਹੈ ਬਿਯੋਂਡ ਟਾਈਮ। ਅਸੀਂ ਨਾਮ ਨੂੰ ਵੀ ਬਿਯੋਂਡ ਟਾਈਮ ਕਿਹਾ। ਸੋ ਜਿਨ੍ਹਾਂ ਨੇ ਅੰਮ੍ਰਿਤ ਲੈ ਲਿਆ ਉਹ ਖੁਦ ਵੀ ਅਕਾਲ ਮੂਰਤ ਹੀ ਹੋ ਗਏ। ਇਹ ਪਰਮਾਤਮਾ ਦਾ ਗੁਣ ਹੈ, ਪਰ ਇਹ ਗੁਣ ਸਿਰਫ ਪਰਮਾਤਮਾ ਲਈ ਨਹੀਂ ਕਿਹਾ। ਜਿਨ੍ਹਾਂ ਨੇ ਪਰਮਾਤਮਾ ਦਾ ਉਹ ਗੁਣ ਲੈ ਲਏ, ਜੋ ਨਿਰਭਉ ਨਿਰਵੈਰ ਵਾਲੀ ਪੂਰੀ ਅਵਸਥਾ ਤੇ ਆਏ, ਉਹ ਵੀ ਬਿਯੋਂਡ ਟਾਈਮ ਹੋ ਗਏ, ਕਿਉਂਕਿ ਉਹਨਾਂ ਕੋਲ ਨਾਮ ਸੀ, ਨਾਮ ਅੰਮ੍ਰਿਤ ਸੀ। ਔਰ ਨਾਮ ਵੀ ਇਜ਼ ਆਲਸੋ ਬਿਯੋਂਡ ਕਨਸੈਪਟ ਆਫ ਟਾਈਮ, ਕਿਉਂਕਿ ਅੱਗੇ ਸੱਤ ਲੱਗਿਆ ਹੋਇਆ। ਜਿਹਦੇ ਅੱਗੇ ਸੱਤ ਲੱਗਿਆ ਉਹਦਾ ਟਾਈਮ ਨਾਲ ਕੋਈ ਲੈਣਾ ਦੇਣਾ ਨਹੀਂ। ਸੋ ਬਿਯੋਂਡ ਟਾਈਮ ਸੀ, ਉਹ ਵੀ ਬਿਯੋਂਡ ਟਾਈਮ ਨੇ। ਫਿਰ ਉਹ ਜੂਨਾਂ ਵਿੱਚ ਵੀ ਨਹੀਂ ਆਉਂਦੇ। ਪਰਮਾਤਮਾ ਜੂਨਾਂ 'ਚ ਨਹੀਂ ਆਉਂਦਾ, ਠੀਕ ਹੈ, ਉਹ ਵੀ ਫਿਰ ਪੂਰੀ ਤਰ੍ਹਾਂ ਮੁਕਤ ਹੋ ਜਾਂਦੇ ਨੇ, ਆਜ਼ਾਦ ਹੋ ਜਾਂਦੇ ਨੇ, ਉਹ ਜੂਨਾਂ 'ਚ ਨਹੀਂ ਆਉਂਦੇ। ਸੋ ਇਹ ਗੁਣ ਵੀ ਮਨੁੱਖ ਵੀ ਉਸ ਅਵਸਥਾ 'ਚ ਜਾ ਸਕਦਾ ਹੈ ਜਿੱਥੇ ਸੈਬੰਗ ਦੀ ਗੇਮ ਹੈ, ਗੇਮ ਅੰਦਰ ਹੀ ਚੱਲ ਰਹੀ ਹੈ। ਜਿਵੇਂ ਅਸੀਂ ਪਰਮਾਤਮਾ ਨੂੰ ਕਹਿੰਦੇ ਹਾਂ ਕਿ ਉਹ ਸੈਲਫ ਐਗਜ਼ਿਸਟੈਂਸ਼ੀਅਲ ਹੈ, ਇਹ ਗੇਮ ਵੀ ਅੰਦਰ ਹੀ ਸੀ, ਅੰਦਰ ਹੀ ਸਭ ਸਪੋਇਲ ਵੀ ਹੋ ਰਿਹਾ, ਅੰਦਰ ਹੀ ਸਭ ਠੀਕ ਵੀ ਹੋ ਰਿਹਾ। ਤੋ ਇੱਕ ਤਰ੍ਹਾਂ ਦਾ ਗੇਮ ਵਿਦਿਨ ਨੂੰ ਵੀ ਅਸੀਂ ਸੈਬੰਗ ਕਹਿ ਸਕਦੇ ਹਾਂ। ਔਰ ਦੈਨ ਅਪਰੂਵਲ ਐਂਡ ਐਕਸੈਪਟੈਂਸ ਆਫ ਲਵ ਐਟ ਐਵਰੀ ਸਟੇਜ। ਜੋ ਅਸੀਂ ਪ੍ਰੇਮ ਦਿਖਾਇਆ ਉਹਦਾ ਅਪਰੂਵਲ ਔਰ ਐਕਸੈਪਟੈਂਸ ਹੋ ਜਾਂਦਾ ਹੈ, ਗੁਰੂ ਦਾ ਪ੍ਰਸਾਦ ਹੈ, ਜਿੱਥੇ ਜਾ ਕੇ ਅਸੀਂ ਕੰਪਲੀਟ ਜਾ ਕੇ ਸਾਈਕਲ ਨੂੰ ਹੁਣ ਅਸੀਂ ਵਾਪਸ ਦੇਖੀਏ। ਗੇਮ ਇਜ਼ ਬੀਇੰਗ ਵਾਚਡ ਲਵਿੰਗਲੀ। ਜਦੋਂ ਪਰਮਾਤਮਾ ਨੇ ਪ੍ਰਸਾਦ ਦਿੱਤਾ ਜਾਂ ਗ੍ਰੇਸ ਦਿੱਤਾ ਤੇ ਵਾਪਸ ਇੱਕ ਓਂਕਾਰ ਵਿੱਚ ਸਮਾ ਗਏ। ਸੋ ਕਰਾਸਨ ਡਿੱਠੋ ਚਾਓ ਗੇਮ ਦੇਖ ਰਿਹਾ, ਉਹ ਲਗਾਤਾਰ ਦੇਖ ਰਿਹਾ। ਜਿੰਦਾ ਜਾ ਰਹੀਆਂ ਨੇ, ਆ ਰਹੀਆਂ ਨੇ, ਜੀਵ ਆ ਰਹੇ ਨੇ, ਜਾ ਰਹੇ ਨੇ, ਕਿਹੜੇ ਫ੍ਰੀ ਹੋ ਰਹੇ ਨੇ, ਕਿਹੜੇ ਨਹੀਂ ਹੋ ਰਹੇ, ਕਿਹੜੇ ਸਾਈਕਲ 'ਚ ਨੇ, ਸਭ ਆਟੋ ਮੋਡ ਵਿੱਚ ਚੱਲੀ ਜਾ ਰਹੇ। ਸੋ ਅਸੀਂ ਇਹਨੂੰ ਇੱਕ ਵਾਰ ਇਨ ਟੋਟੈਲਿਟੀ ਦੁਬਾਰਾ ਦੇਖਣ ਦੀ ਕੋਸ਼ਿਸ਼ ਕਰਾਂਗੇ। ਜਿਨ੍ਹਾਂ ਨ ਵਿਸਰੇ ਨਾਮ ਸੇ ਕਿਨੇਹੀਆ, ਭੇਦ ਨਾ ਜਾਣੋ ਮੂਲ ਸਾਹੀ ਜੇਈ। ਕਿ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਿਆ, ਜੋ ਨਾਮ ਦੀ ਕਮਾਈ ਲੈ ਗਏ, ਭੇਦ ਨਾ ਜਾਣੋ ਮੂਲ ਸਾਈ ਜਈਆ, ਦੈਟ ਮੀਨਸ ਵਾਪਸ ਬੈਕ ਇਨਟੂ ਇੱਕ ਓਂਕਾਰ ਨੇ, ਉਹਨਾਂ ਦਾ ਹੁਣ ਭੇਦ ਨਹੀਂ ਰਿਹਾ। ਸੋ ਲੈਟ ਅਸ ਸੀ ਦ ਗੇਮ ਆਫ ਕ੍ਰੀਏਸ਼ਨ ਵੰਸ ਅਗੇਨ। ਇੱਕ ਓਂਕਾਰ ਤੋਂ ਸ਼ੁਰੂ ਹੋਈ ਕਹਾਣੀ ਸਤਨਾਮ, ਐਂਡ ਸਤਨਾਮ ਮੀਨਸ ਆਲ ਪਾਵਰਸ, ਵੈਲਿਊਜ਼, ਵਰਚੂਜ਼, ਇੰਟੈਲੈਕਟ, ਆਰਟ, ਬਿਊਟੀ, ਸਾਰੇ ਦਾ ਭੰਡਾਰ ਜੋ ਪਰਮਾਤਮਾ ਦੇ ਰੱਬੀ ਗੁਣ ਹੈ, ਜਿਨ੍ਹਾਂ ਦਾ ਪ੍ਰਗਟਾਵਾ ਹੁੰਦਾ ਹੈ, ਪਰਮਾਤਮਾ ਦੇ ਪਿੱਛੇ ਛੁਪਿਆ, ਪਰ ਇਹਨਾਂ ਦਾ ਮਹਿਸੂਸ ਅਸੀਂ ਕਰ ਸਕਦੇ ਹਾਂ ਸ੍ਰਿਸ਼ਟੀ ਦੇ ਵਿਚਕਾਰ ਔਰ ਸ਼ਬਦ ਦੇ ਥਰੂ। ਕਰਤਾ ਪੁਰਖ, creation starts, his power, creativity and game also starts. So ਇਹ ਸਭ
शुरू हो गया। निर्भव निर्वैर, ਕਾਮ ਐਂਡ ਕੌਨਫੀਡੈਂਟ ਐਂਡ ਗੁੱਡਵਿਲ ਐਂਡ ਜਸਟਿਸ ਰੱਬੀ ਗੁਣ ਹਨ, ਜੋ ਕਿ ਅਸੀਂ ਵੀ ਲੈ ਸਕਦੇ ਹਾਂ ਰੱਬੀ ਗੁਣ ਪਰਮਾਤਮਾ ਦੇ ਗੁਣਾਂ ਨੂੰ ਪਾ ਕੇ। ਐਂਡ ਦਿਸ ਐਂਟਾਇਰ ਥਿੰਗ ਇਜ਼ ਗੇਮ ਆਫ ਲਵ। ਇਹ ਅਸੀਂ ਜਾ ਕੇ ਫਰਦਰ ਸਮਝਾਂਗੇ। ਗੁਰੂ ਨਾਨਕ ਸਾਹਿਬ ਨੇ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤੇ ਜੇ ਕਰਤਾ ਦੇ ਨਾਲ ਗੱਲਬਾਤ ਕਰਨੀ ਹੈ, ਨਿਰਭਉ ਨਿਰਵੈਰ ਹੋਣਾ, ਤੇ ਆ ਜਾਓ, ਫਿਰ ਆਪਾਂ ਸਿਰ ਆਪਣਾ ਤਲੀ ਦੇ ਉੱਤੇ ਰੱਖ ਕੇ ਆ ਜਾਓ। ਇੱਥੋਂ ਦੀ ਰਿਟਰਨ ਜਰਨੀ ਸ਼ੁਰੂ ਹੋਈ ਹੈ। ਅਗਰ ਗੇਮ ਆਫ ਲਵ ਸਕਸੈਸਫੁਲ ਹੋ ਗਏ, ਜਿਵੇਂ ਅਸੀਂ ਕਿਹਾ ਸੀ ਹਰ ਗੇਮ ਦੇ ਰੂਲਸ ਹੁੰਦੇ ਆ, ਤੇ ਫਿਰ ਅਕਾਲ ਮੂਰਤ, ਅਜੂਨੀ ਐਂਡ ਸਹਿਬੰਗ, ਇਹ ਤਿੰਨੋਂ ਅਵਸਥਾਵਾਂ ਨੂੰ ਕ੍ਰਾਸ ਕਰਕੇ ਬਿਯੋਂਡ ਦਾ ਟਾਈਮ ਟੋਟਲ ਫਰੀडम ਮੁਕਤ ਹੋ ਗਏ ਐਂਡ ਇਹ ਗੇਮ ਅੰਦਰ ਹੀ ਅੰਦਰ ਕੰਪਲੀਟ ਹੋ ਗਈ, ਔਰ ਜਿੰਦੇ ਜੀ ਕੰਪਲੀਟ ਹੋ ਸਕਦੀ ਹੈ। ਇਟਸ ਆਲ ਗੇਮ ਵਿਦ ਇਨ। ਉਸ ਤੋਂ ਬਾਅਦ approval and acceptance of love at every stage and finally back to ਏਕ ਓਂਕਾਰ। ਸੋ ਇੱਕ ਹਰ ਜੀ ਦੀ ਕਹਾਣੀ, ਹਰ ਮਨੁੱਖ ਦੀ ਕਹਾਣੀ ਹੈ, ਔਰ ਇੱਕ ਪਰਮਾਤਮਾ ਦੇ ਸਾਰੇ ਗੁਣ ਵੀ ਹਨ। ਸੋ ਇਟਸ ਜੋ ਅਸੀਂ ਅਕਸਰ ਇਹ ਕਹੀਏ ਕਿ ਜੋ ਮੂਲ ਮੰਤਰ ਹੈ ਉਹ ਰੱਬੀ ਗੁਣਾਂ ਦਾ ਇੱਕ ਵਿਆਖਿਆਨ ਹੈ। ਆਈ ਥਿੰਕ ਇਹ ਹਰ ਮਨੁੱਖ ਦੀ ਕਹਾਣੀ ਹੈ ਰੱਬ ਵਾਪਸ ਹੋਣ ਦੀ, ਪਰਮਾਤਮਾ ਨੂੰ ਵਾਪਸ ਆਪਣੀ ਜਰਨੀ ਕੰਪਲੀਟ ਕਰਨ ਦੀ। ਸਮਝ, ਇਸ ਦੀ ਸਮਝ ਵਿੱਚ ਮਿਸਟੇਕਸ ਵੀ ਹੋਣਗੀਆਂ, ਗਲਤੀਆਂ ਵੀ ਹੋਣਗੀਆਂ। ਤੁਸੀਂ ਪਲੀਜ਼ ਫੀਲ ਫ੍ਰੀ ਟੂ ਕਮੈਂਟ ਔਨ ਦਿਸ, ਕਿਉਂਕਿ ਮੈਂ ਬਾਰ-ਬਾਰ ਕਈ ਵਾਰ ਪੜ੍ਹਿਆ, ਮੈਨੂੰ ਲੱਗਦਾ there is something for us, ਅਸੀਂ ਜਿਹਨੂੰ ਨਹੀਂ ਸਮਝ ਰਹੇ ਹਾਂ। there is something for everybody। ਇਟਸ ਨਾਟ ਓਨਲੀ ਕਿ ਰੱਬ ਦੀਆਂ ਕੁਆਲਿਟੀਜ਼ ਦੱਸੀਆਂ ਜਾ ਰਹੀਆਂ, ਮਨੁੱਖ ਦੇ ਜੀਵਨ ਵਿੱਚ ਹਰ ਵਰਡ ਦਾ ਇੱਥੇ ਮੀਨਿੰਗ ਹੈ। so this game which is being played, that game ਕੰਪਲੀਟ ਹੀ ਤਾਂ ਹੁੰਦੀ ਹੈ ਜੇ ਸਾਰੇ ਦੇ ਸਾਰੇ ਐਸਪੈਕਟ ਕ੍ਰਾਸ ਕਰ ਜਾਓ, ਤਾਂ ਵਾਪਸ ਏਕ ਓਂਕਾਰ ਚ ਮੁੜ ਜਾਂਦੇ ਹੋ। ਹੁਣ ਰੂਲ ਆਫ ਦਾ ਗੇਮ ਬਣਨੇ ਸ਼ੁਰੂ ਹੋ ਗਏ। ਸਤਿਗੁਰੂ ਇਜ਼ ਦਾ ਓਨਲੀ ਵੇ ਟੂ ਰੀਕਨੈਕਟ, ਬਿਨ ਸਤਿਗੁਰੂ ਕਿਨੇ ਨਾ ਪਾਇਓ। ਅਸੀਂ ਹੁਣ ਇਹਦੇ ਰੂਲ ਸਮਝੀਏ ਕਿ ਬਿਨ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਖ ਸੁਣਾਇਆ। ਅਸੀਂ ਜੋ ਹੁਣੇ ਮੂਲ ਮੰਤਰ ਦੀ ਵਿਆਖਿਆ ਕਰ ਰਹੇ ਸਾਂ, ਅਸੀਂ ਤੇ ਆਪਣੀ ਤੁੱਛ ਬੁੱਧੀ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਗੁਰੂ ਸਾਹਿਬ ਨੇ ਕੀ ਕਿਹਾ। But unless there is a Satguru who understands the game completely, ਔਰ ਉਹਨੂੰ ਪੂਰੀ ਦੀ ਪੂਰੀ ਗੁਰਬਾਣੀ ਦੇ ਵਿੱਚ ਪੂਰਾ ਐਕਸਪੈਂਡ ਕਰਕੇ ਸਮਝਾ ਕੇ ਸਾਨੂੰ ਦੱਸਿਆ, ਤਾਂ ਜਾ ਕੇ ਸਾਨੂੰ ਥੋੜਾ ਜਿਹਾ ਸਮਝ ਆਉਂਦਾ। ਸੋ ਬਿਨ ਸਤਿਗੁਰੂ ਕੋਈ ਪਾ ਨਹੀਂ ਸਕਦਾ ਜਦ ਤੱਕ ਉਹ ਮਾਰਗ ਨਾ ਕਲੀਅਰ ਹੋਏ ਕਿ ਅਸੀਂ ਪਰਮਾਤਮਾ ਤੱਕ ਕਿਵੇਂ ਪਹੁੰਚਣਾ। ਔਰ ਗੁਰੂ ਸਾਹਿਬ ਨੇ ਸਾਨੂੰ ਸਬਦ ਗੁਰੂ ਨਾਲ ਜੋੜਿਆ, ਪਵਨ ਆਰੰਭ ਸਤਿਗੁਰ ਮਤ ਵੇਲਾ, ਸਬਦ ਗੁਰੂ ਸੁਰਤ ਤੁਨ ਚੇਲਾ। ਸੋ ਵਿਲ ਸਤਿਗੁਰੂ ਬੀ ਦਾ ਕੋਚ ਆਫ ਦਾ ਗੇਮ। ਗੁਰੂ ਸਤਿਗੁਰੂ ਸਾਡੇ ਲਈ ਕੋਚ ਹੀ ਹੋ ਗਏ ਨੇ। ਅਸੀਂ ਕਹਿੰਦੇ ਹਾਂ ਗੇਮ ਹੈ, ਤੇ ਗੇਮ ਆਪਣੀ ਲੋਕਲ ਭਾਸ਼ਾ ਤੇ ਕੋਚ ਹੁੰਦਾ ਜਿਹੜਾ ਸਭ ਕੁਝ ਦੱਸਦਾ ਕਿੱਥੇ ਗਲਤੀਆਂ, ਕਿੱਥੇ ਠੀਕ ਹੈ, ਕੀ ਠੀਕ ਕਰਨਾ, ਔਰ ਇੱਕ ਪਰਫੈਕਟ ਕੋਚ। ਅੱਗੇ ਚਲੀਏ। ਸਭ ਤੋਂ ਪਹਿਲੇ ਗੁਰੂ ਨੇ ਮਿਸ਼ਨ ਹੀ ਡਿਫਾਈਨ ਕਰ ਦਿੱਤਾ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਤ। ਸਭ ਤੋਂ ਪਹਿਲੇ ਗੱਲ ਹੀ ਗੁਰੂ ਨੇ ਪਹਿਲੀ ਪੌੜੀ ਚ ਮਿਸ਼ਨ ਦੀ ਕਰਤੀ ਵੀ ਹੁਣ ਜਾਨੂੰ ਜਿੱਥੇ ਲੈ ਜਾਣਾ ਉਹ ਦੱਸ ਦਈਏ, ਤੁਹਾਨੂੰ ਵਾਪਸ ਸਚਿਆਰ ਹੋਣਾ, ਬੈਕ ਟੂ ਏਕ ਓਂਕਾਰ, ਉਹਦੇ ਵਿੱਚ ਹੀ ਸਮਾਣਾ, ਉਹੀ ਹੋ ਜਾਣਾ ਸਮਾ ਕੇ। ਸੋ ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਦੀ ਗੁਰੂ ਨੇ ਸਭ ਤੋਂ ਪਹਿਲੇ ਸੋਝੀ ਦੇ ਦਿੱਤੀ। ਇਨ ਸਰਚ ਆਫ ਗੋਡ ਬਾय ਬ੍ਰੇਕਿੰਗ ਦਾ ਵਾਲ ਆਫ ਫਾਲਸਹੁਡ। ਉਹ ਕੂੜ ਦੀ ਦੀਵਾਰ ਨੂੰ ਤੋੜ ਕੇ ਜਾਣਾ ਹੈ। ਔਰ ਕੂੜ ਦੀ ਦੀਵਾਰ ਕਿਉਂ ਹੈ? ਕਿਉਂਕਿ ਗੇਮ ਦੇ ਕੁਝ ਰੂਲ ਹੈ, ਉਹ ਅਸੀਂ ਹੁਣੇ ਦੇਖਦੇ ਹਾਂ। ਸੋ ਸ਼ੈਲ ਵੀ ਪਲੇ ਹਾਈਡ ਐਂਡ ਸੀਕ। ਇਹਦਾ ਮਤਲਬ ਕੋਈ ਨਾ ਕੋਈ ਹਾਈਡ ਐਂਡ ਸੀਕ ਟਾਈਪ ਗੇਮ ਚੱਲ ਰਹੀ ਹੈ। ਪਰਮਾਤਮਾ ਛੁਪਿਆ ਹੋਇਆ, ਹੁਣ ਅਸੀਂ ਉਹਨੂੰ ਲੱਭ ਲੈਣਾ। ਸੋ ਅਜੇ ਤੇ ਅਸੀਂ ਇਹਨੂੰ ਰੂਲ ਆਫ ਦਾ ਗੇਮ ਕਹਿ ਰਹੇ ਹਾਂ, ਰੂਲ ਆਫ ਗੇਮ ਆਫ ਲਵ ਵੀ ਕਵਾਂਗੇ, ਜੋ ਵੀ ਕਵਾਂਗੇ। ਸੋ ਅਸੀਂ ਹਾਈਡ ਐਂਡ ਸੀਕ ਨੂੰ ਪਹਿਲੇ ਸਮਝੀਏ। ਦੇ ਗੁਰਮੁਖ ਢੂੰਡ ਟੁਡਿੰਦੀਆਂ ਹਰ ਸੱਜਣ ਲੱਧਾ ਰਾਮ ਰਾਜ। ਅਸੀਂ ਕਦੀ ਬਚਪਨ ਚ ਆਈਸ ਪਾਈਸ ਖੇਡਦੇ ਸੀ, ਬੜੀ ਦੇਰ ਥੱਕ ਜਾਂਦੇ ਸੀ, ਫਿਰ ਕਿਸੇ ਨੂੰ ਪੁੱਛਦੇ ਸੀ, ਯਾਰ ਤੈਨੂੰ ਪਤਾ ਉਹ ਕਿੱਥੇ ਛੁਪਿਆ ਹੋਇਆ? ਉਹ ਫਿਰ ਦੱਸ ਦਿੰਦਾ ਸੀ ਇਸ਼ਾਰਾ ਕਰਕੇ, ਉਹ ਫਲਾਣੀ ਦੀਵਾਰ ਦੇ ਪਿੱਛੇ ਬੰਦਾ ਛੁਪਿਆ ਹੋਇਆ। ਅੱਛਾ, ਯਾਦ ਕਰੋ ਆਈਸ ਪਾਈਸ ਖੇਡਦੇ ਸੀ, ਹਾਈਡ ਐਂਡ ਸੀਕ। ਕਹਿੰਦੇ ਮੈਂ ਵੀ ਗੁਰਮੁਖ ਢੂੰਡ ਟੁਡਿੰਦੀਆਂ ਹਰ ਸੱਜਣ ਲੱਧਾ ਰਾਮ ਰਾਜੇ। ਲੱਭਦੇ ਲੱਭਦੇ ਥੱਕ ਗਏ, ਮੈਨੂੰ ਫਾਈਨਲੀ ਸਤਿਗੁਰੂ ਸੱਜਣ ਲੱਭ ਗਿਆ। ਪਰ ਸਤਿਗੁਰ ਸੱਜਣ ਨੂੰ ਪਰਮਾਤਮਾ ਨੇ ਕਿਹਾ ਸੀ ਕੋਈ ਪੁੱਛੇ ਤੇ ਦੱਸ ਦੇਈਂ। ਆਮ ਤੌਰ ਤੇ ਅਲਾਉਡ ਨਹੀਂ ਹੁੰਦਾ ਕੋਈ ਛੁਪਿਆ ਹੋਏ ਤੇ।
ਪਰ ਇਸ ਗੇਮ ਦੇ ਵਿਚਕਾਰ ਗੁਰੂ ਨੂੰ ਐਮਪਾਵਰ ਕਰਤਾ ਵੀ ਤੈਨੂੰ ਕੋਈ ਪੁੱਛ ਲੈ ਪਰਮਾਤਮਾ ਕਿੱਥੇ, ਤੇ ਰੁਕੀ ਨਾ, ਉਹਨੂੰ ਦੱਸ ਦੇ, ਕਿਉਂਕਿ ਆਪ ਲੱਭ ਵੀ ਨਹੀਂ ਪਾਏਗਾ। ਸੋ ਕਿੰਨੇ ਪਿਆਰੇ ਵਰਡ ਹੈ, ਗੁਰਮੁਖ ਢੂੰਡ ਢੂੰਡੇਂਦੀਆਂ ਹਰ ਸੱਜਣ ਲੱਦਾ ਰਾਮ ਰਾਜੇ। ਮਿਲ ਗਿਆ, ਕਹਿੰਦੇ ਜਿਸ ਕਾਰਨ ਹੋ ਢੂੰਡ ਢੂੰਡੇਂਦੀ ਸੋ ਸੱਜਣ ਹਰ ਕਰ ਪਾਇਆ। ਤੇ ਗੁਰੂ ਨੇ ਦੱਸਿਆ ਤੂੰ ਬਾਹਰ ਕਿੱਥੇ ਢੂੰਡ ਰਿਹਾ ਸੀ, ਉਹਦੇ ਤੇਰੇ ਅੰਦਰ। ਸੋ ਇੰਟਰਨਲ ਗੇਮ ਸੀ, ਤੇ ਜਿਉਂ ਹੀ ਮਿਲਿਆ ਵੀ ਪੁੱਛਿਆ ਉਹਨੂੰ, ਦੱਸ ਦੇ ਯਾਰ ਪਰਮਾਤਮਾ ਕਿੱਥੇ। ਉਹਨੇ ਕਿਹਾ ਲੈ ਤੂੰ ਕਿੰਨੀ ਦੇਰ ਇੱਧਰ ਉੱਧਰ ਫਿਰੀ ਜਾ ਰਿਹਾ, ਮੈਂ ਤੈਨੂੰ ਦੇਖ ਰਿਹਾ ਆਇਸ ਪਾਇਸ, ਤੂੰ ਅਜੇ ਤੱਕ ਬਾਹਰ ਢੂੰਡ ਰਿਹਾ ਸੀ, ਤੂੰ 1 ਮਿੰਟ ਬੰਦਰ ਹੀ ਦੇਖ ਲੈ, ਤੇਰੇ ਕੋਲ ਹੀ ਬੈਠਾ, ਤਾਂ ਹੀ ਤੈਨੂੰ ਲੱਭ ਨਹੀਂ ਰਿਹਾ। ਸੋ ਇੰਟਰਨਲ ਗੇਮ ਹੈ, ਇਸ ਕਰਕੇ ਦਿਲ ਇਨਵੋਲਡ ਹੈ, ਹਾਰਟ ਇਨਵੋਲਡ ਹੈ। ਸੋ ਬਟ ਆਈ ਨੋ ਓਨ ਦੀ ਐਕਸਟਰਨਲ ਵਰਲਡ ਆਫ ਡੁਅਲਿਟੀ। ਪ੍ਰੋਬਲਮ ਸਾਡੀ ਇਹ ਸੀ, ਅਸੀਂ ਕਦੀ ਅੰਦਰ ਵਾਲੀ ਗੱਲ ਦੇਖੀ ਨਹੀਂ ਸੀ। ਹੁਣ ਅਸੀਂ ਜੋ ਦੇਖੀ ਸੀ ਉਹ ਕੋਈ ਵੱਖਰੀ ਚੀਜ਼ ਸੀ। ਉਹ ਡੁਅਲਿਟੀ ਤੋਂ ਅੱਗੇ ਕਿਸ ਤਰ੍ਹਾਂ ਨਿਕਲਾਂਗੇ ਬੜੀ ਮੁਸ਼ਕਿਲ ਹੈ, ਕਿਉਂਕਿ ਤੇ ਹਰ ਵੇਲੇ ਦਿਖ ਰਹੀ ਹੈ, ਔਰ ਕਹਿੰਦੇ ਨੇ ਪਰਮਾਤਮਾ ਉਹਦੇ ਵਿੱਚ ਵੀ ਹੈ, ਸਾਨੂੰ ਨਹੀਂ ਲੱਭ ਰਿਹਾ। ਇੱਕ ਬੜੀ ਅਜੀਬ ਜੀ ਪਜ਼ਲ ਸਾਹਮਣੇ ਆ ਗਈ। ਚਲੋ ਜੀ, ਡੁਅਲਿਟੀ ਇਜ਼ ਪਾਰਟ ਆਫ ਕ੍ਰੀਏਸ਼ਨ, ਮੰਨ ਲਿਆ। ਅਸੀਂ ਪਹਿਲੇ ਵੀ ਕਿਹਾ ਸੀ ਦੋ ਹੀ ਕੁਦਰਤ ਸਾਜ ਕੇ, ਮੈਨੂੰ ਕਿੱਥੇ ਲੱਗਦਾ ਉਹਦਾ ਮਤਲਬ ਦੋ ਤਰ੍ਹਾਂ ਦੀ ਕੁਦਰਤ ਸੀ। ਕਹਿੰਦੇ ਜਬ ਆਕਾਰ ਇੱਕ ਕਚਨਾ ਦ੍ਰਿਸ਼ਚੇਤਾ ਪਾਪ ਪੁਨ ਤਬ ਕਹਤੇ ਹੋਤਾ, जब धारी आपन सुन समात तब बैर विरोध किस संकमात, जब इसका बरन चहन न जापत तब हरक सो कहो किसे व्यापत, जब आपन आप पार ब्रह्म तब मोह कहा किस होवत परम, आप खेल आप भतीजा नानक करने हार न दूजा। अष्टपदी है सुखमनी साहब विच। कहते जदों परमात्मा आकार सी ही नहीं, जदों तू करता पुरख दी गेम नहीं सी, ਤਾਂ ਤੇ ਪਾਪ ਪੁੰਨ ਦੋਨੋਂ ਹੀ ਨਹੀਂ ਸਨ ਨਾ। ਪਰਮਾਤਮਾ ਤੇ ਤੂੰ ਪਾਤੇ ਨਾ, ਸਾਨੂੰ ਕਨਫਿਊਜ਼ ਕਰ ਰਿਹਾ ਤੂੰ ਪਰਮਾਤਮਾ। ਕਹਿੰਦੇ ਜਬ ਧਾਰੀ ਆਪਨ ਸੁਨ ਸਮਾਜ, ਜਦ ਤੂੰ ਆਪਣੀ ਸਮਾਜ ਵਿੱਚ ਸੀ, ਫਿਰ ਕਿੱਥੇ ਵੈਰ ਵਿਰੋਧ ਸਨ। ਪਰਮਾਤਮਾ ਇਹ ਤੂੰ ਪਾਏ ਨਾ। ਫਿਰ ਕਹਿੰਦੇ ਜਬ ਇਸਕਾ ਬਰਨ ਚੈਨ ਨਾ ਜਾਪਤ ਤਬ ਹਰਕ ਸੋਕ ਕੋ ਕਿਸੇ ਵਿਆਪਤ। ਕਹਿੰਦੇ ਜਦ ਤੇਰਾ ਬਰਨ ਚੈਨ ਹੈ ਹੀ ਨਹੀਂ ਸੀ ਕੋਈ, ਤੇ ਫਿਰ ਜਿਹਦੀ ਵਰਣਨ ਨਹੀਂ ਹੋ ਸਕਦਾ, ਫਿਰ ਹਰਕ ਸੋਕ ਵੀ ਪਾਤੇ ਤੂੰ। ਸਭ ਪਰਮਾਤਮਾ ਤੂੰ ਸਾਡੇ ਲਈ ਕਨਫਿਊਜ਼ਨ ਕ੍ਰੀਏਟ ਕੀਤਾ, ਰਾਈਟ ਕੀਤਾ, ਮੰਨਣਾ ਪਏਗਾ ਡੁਅਲਿਟੀ ਹੈ। ਤੇ ਮੋਹ ਭਰਮ ਸਭ ਕੁਝ ਆਇਆ, ਨਾਲ ਹੀ ਆਇਆ, ਉਹ ਡੁਅਲਿਟੀ ਦਾ ਪਾਰਟ ਹੀ ਹੈ। ਤੇ ਇੱਥੇ ਅਸੀਂ ਪਰਮਾਤਮਾ ਨਹੀਂ ਦੇਖ ਰਹੇ, ਡੁਅਲਿਟੀ ਸਾਹਮਣੇ ਦੇਖ ਪਾ ਰਹੇ ਹਾਂ, ਤੇ ਹੈ ਸਾਰੀ ਗੇਮ ਉਹਦੀ ਹੈ। ਹੁਣ ਉਹ ਪੁੱਛ ਰਹੇ ਕਿ ਵਾਈ ਡੁਅਲਿਟੀ ਇਟ ਕਨਫਿਊਜ਼ਸ ਪਰਮਾਤਮਾ, ਡੁਅਲਿਟੀ ਪਾਈ ਕਿਉਂ ਹੈ, ਤੇ ਮੈਨੂੰ ਕਨਫਿਊਜ਼ ਕਰ ਰਹੀ ਹੈ ਨਾ। ਚਲੋ ਇਹਦਾ ਆਨਸਰ ਲੱਭਣ ਦੀ, ਅਸੀਂ ਹਰ ਸਲਾਈਡ ਦੇ ਐਂਡ ਤੇ ਇੱਕ ਕੁਐਸਚਨ ਪਾਇਆ, ਜਿਹਨੂੰ ਅੱਗੇ ਚੱਲ ਕੇ ਨੈਕਸਟ ਸਲਾਈਡ ਕੋਸ਼ਿਸ਼ ਕਰਦੇ ਹਾਂ ਜਵਾਬ ਲੱਭੀਏ। The duality is illusionary and part of the game. Duality ਜਿਹੜੀ ਉਹ ਮਾਇਆ ਹੈ ਔਰ ਗੇਮ ਦਾ ਪਾਰਟ ਹੈ, ਉਹਨੂੰ ਨਹੀਂ ਛੋੜ ਸਕਦੇ। ਅਗਰ ਉਹ ਮਾਇਆ ਨਾ ਹੁੰਦੀ ਤੇ ਅਸੀਂ ਵੀ ਨਾ ਹੁੰਦੇ। ਪ੍ਰੋਬਲਮ ਤੇ ਇਹ ਸੀ, ਉਹ ਮਾਇਆ ਹੈ ਤੇ ਅਸੀਂ ਹਾਂ। It's all part of game. So there is no game in the world which does not have the scope for errors. ਐਸੀ ਦੁਨੀਆ ਦੀ ਕੋਈ ਗੇਮ ਹੈ ਹੀ ਨਹੀਂ ਜਿਹਦੇ 'ਚ ਗਲਤੀ ਦਾ ਸਕੋਪ ਨਾ ਹੋਵੇ। ਇੱਕ ਵੀ ਕੋਈ ਗੇਮ ਦੱਸ ਦਿਓ ਇਹਦੇ 'ਚ ਗਲਤੀ ਨਹੀਂ ਹੁੰਦੀ। ਉਸ ਗੇਮ 'ਚ ਗਲਤੀ ਹੁੰਦੀ ਹੀ ਹੁੰਦੀ ਹੈ। ਹਰ ਗੇਮ 'ਚ ਗਲਤੀ ਦਾ ਸਕੋਪ ਰਹਿੰਦਾ, ਔਰ ਗਲਤੀ ਦਾ ਹੋਏਗਾ ਤਾਂ ਹੀ ਕੋਚ ਰੈਫਰੀ ਸਭ ਚਾਹੀਦੇ ਹੁੰਦੇ ਆ, ਜਿਹੜੇ ਦੱਸਦੇ ਆ ਵੀ ਇਤਨੇ ਤੁਹਾਨੂੰ ਪੁਆਇੰਟ ਮਿਲਨੇ ਆ, ਇਤਨੇ ਲੂਜ਼ ਕਰ ਗਏ ਹੋ ਤੁਸੀਂ। ਤੇ ਇਹ ਵੀ ਗੇਮ ਹੈ, ਇਹ ਪਰਮਾਤਮਾ ਦੀ ਬਣਾਈ ਗੇਮ ਹੈ। ਇਹਦੇ 'ਚ ਵੀ ਸਕੋਪ ਆਫ ਐਰਰ ਤੇ ਰੱਖਣਾ ਹੀ ਸੀ। ਇਹ ਤਾਂ ਦੱਸਣਾ ਹੀ ਸੀ ਵੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਗਲਤੀ ਵੀ ਕਰ ਸਕਦੇ ਹੋ। ਸੋ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਪਰਮਾਤਮਾ ਨੇ ਆਪਣੇ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਸਾਰਿਆਂ ਨੂੰ ਭੁੱਲਣ ਦੀ ਦੱਸਤਾ ਵੀ ਤੁਹਾਡੇ ਕੋਲ ਹੋਏਗੀ ਭੁੱਲ ਤੋਂ ਨਹੀਂ ਬਚ ਸਕੋਗੇ, ਕਿਉਂਕਿ ਗੇਮ ਦਾ ਪਾਰਟ ਹੈ। ਔਰ ਇਹ ਭੁੱਲ ਭੁਲਈਆਂ ਤੁਹਾਨੂੰ ਡੁਅਲਿਟੀ ਦੇ ਵਿੱਚੋਂ ਹੀ ਹੈ। ਇਹਨੂੰ ਡੁਅਲਿਟੀ ਨੂੰ ਕਿਨ ਛੋੜ ਕੇ ਭੁੱਲ ਭੁਲਈਆਂ ਨੂੰ ਬਾਹਰ ਨਿਕਲੋਗੇ, ਉਹ ਦੇਖੋ ਤੁਸੀਂ। ਸੋ ਫਰੀडम ਆਫ ਚੋਇਸ ਇਜ਼ ਗ੍ਰਾਂਟਡ ਟੂ ਹਿਊਮਨ ਬੀਇੰਗਸ। ਫਰੀडम ਆਫ ਚੋਇਸ ਜਿਹੜੀ ਹੈ, ਅਗਰ ਉਹ ਨਾ ਹੁੰਦੀ ਤੇ ਫਿਰ ਅਸੀਂ ਜਾਨਵਰ ਹੁੰਦੇ। ਕੀ ਚਾਹ ਉਹਨਾਂ ਕੋਲ, ਦੇ ਆਲ ਵਰਕ ਬਾਏ देयर ਇਨਸਟਿੰਕਟ। ਸਾਨੂੰ ਲੱਗਦਾ ਸ਼ਾਇਦ ਉਹ ਸੋਚ ਕੇ ਕਰ ਰਹੇ ਨੇ, ਪਰ ਜਿਵੇਂ ਉਹਨਾਂ ਕੋਲ ਕਰਵਾ ਰਿਹਾ ਉਹ ਕਰਦੇ ਰਹਿੰਦੇ। ਕੋਈ ਇਹ ਤੇ ਨਹੀਂ ਸੋਚਦੇ ਕਿ ਮੈਂ ਸੋਚ ਰਿਹਾ ਕੱਲ ਕਿੱਥੇ ਜਾ ਕੇ ਇੰਟਰਵਿਊ ਦੇ ਆਵਾਂ। ਕੋਈ ਜਾਨਵਰ ਸੋਚਦਾ ਹੋਵੇ ਮੈਂ ਕੱਲ ਜਾਵਾਂ, ਕੋਈ ਚਲਾਕੀ ਕਰਾਂ, ਕਿਸੇ ਨਾਲ ਇਹ ਲੈਣਾ, ਫਲਾਣੇ ਕੋਲ ਮੈਨੂੰ ਉਹ ਲੈਣ ਜਾਣਾ। ਉਹਦੇ ਤੋਂ ਕੁਝ ਹੈ ਨਹੀਂ ਹੈ, ਉਹਦੇ ਕੋਲ ਤੇ ਚੋਇਸ ਕੁਝ ਨਹੀਂ ਹੈ। ਸੋ ਫਰੀडम ਆਫ ਚੋਇਸ ਸਿਰਫ ਹਿਊਮਨ ਬੀਇੰਗ ਨੂੰ ਦਿੱਤੀ, ਇਸ ਕਰਕੇ ਉਸ ਫਰੀडम ਦੇ ਵਿਚਕਾਰ ਡੁਅਲਿਟੀ ਵਾਲਾ ਜੋ ਐਸਪੈਕਟ ਸੀ ਉਹਨੂੰ ਵੀ ਕਾਊਂਟਰ ਕਰਨਾ ਗੇਮ ਦਾ ਪਾਰਟ ਹੈ।
ਹਰ ਗੇਮ ਦੇ ਵਿੱਚ ਆਬਸਟੈਕਲਸ ਹੁੰਦੇ ਨੇ, ਐਸਾ ਤਾਂ ਕੋਈ ਨਹੀਂ ਹੈ। ਅਗਰ ਕੋਈ ਬੰਦਾ ਬਾਲ ਸੁੱਟ ਰਿਹਾ ਹੈ ਕ੍ਰਿਕਟ ਦੇ ਵਿਚਕਾਰ ਤੇ ਵਿਕਟਾਂ ਵਿੱਚ ਜਾ ਕੇ ਵੱਜੇਗੀ, ਉਹਨੂੰ ਬਚਾਉਣਾ ਇੱਕ ਆਬਸਟੈਕਲ ਹੈ। ਕੋਈ ਐਸੀ ਗੇਮ ਹੈ ਹੀ ਨਹੀਂ ਹੈ। ਜੇ ਇੱਕ ਬੰਦੇ ਹਾਕੀ ਦੇ ਇਸ ਪਾਸੇ ਦੌੜ ਰਹੇ ਤੇ ਦੂਸਰੇ ਬਾਲ ਨੂੰ ਲੈ ਕੇ ਦੂਸਰੇ ਪਾਸੇ ਦੌੜ ਰਹੇ, ਸੋ ਕੋਈ ਨਾ ਕੋਈ ਆਬਸਟੈਕਲ ਤੇ ਹੋਏਗਾ। ਇਸ ਗੇਮ ਵਿੱਚ ਪਰਮਾਤਮਾ ਨੇ ਡੁਐਲਿਟੀ ਦਾ ਪਾ ਦਿੱਤਾ ਆਬਸਟੈਕਲ। ਸੋ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨ ਰਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਜਦੋਂ ਡੁਐਲਿਟੀ ਪਾਈ, ਕਹਿੰਦੇ ਤੂੰ ਤੇ ਡੁਐਲਿਟੀ ਦੇ ਵਿੱਚ ਹੀ ਫਸਿਆ ਰਿਹਾ ਪੂਰੀ ਤਰ੍ਹਾਂ। ਇੱਕ ਐਸੀ ਦੁਨੀਆ ਸੀ ਜਿਹਦੇ ਵਿਚਕਾਰ ਤੇਰਾ ਕਿਸੇ ਨੇ ਕੰਮ ਨਹੀਂ ਆਣਾ। ਕੰਮ ਤੂੰ ਇਹਨਾਂ ਨਾਲ ਡੀਲ ਕਰਨਾ ਹੈ, ਬਹੁਤ ਸੋਹਣਾ ਡੀਲ ਕਰਨਾ ਹੈ, ਪਰ ਇਤਨਾ ਨਹੀਂ ਡੀਲ ਕਰਨਾ ਕਿ ਪਰਮਾਤਮਾ ਹੀ ਭੁੱਲ ਜਾਏ। ਸੋ ਇਹਨਾਂ ਦੇ ਪਿੱਛੇ ਅਗਰ ਤੂੰ ਪਰਮਾਤਮਾ ਦੇਖ ਕੇ ਇਸ ਦੁਨੀਆ ਨਾਲ ਡੀਲ ਕਰ ਰਿਹਾ ਤਾਂ ਕੋਈ ਦਿੱਕਤ ਨਹੀਂ ਹੈ, ਪਰ ਜੇ ਇਹਨਾਂ ਵਿੱਚ ਸਿਰਫ ਇਹਨਾਂ ਨੂੰ ਦੇਖ ਕੇ ਡੀਲ ਕਰ ਰਿਹਾ ਤਾਂ ਬੜੀ ਵੱਡੀ ਦਿੱਕਤ ਹੈ। ਸੋ ਇਸ ਕਰਕੇ ਤੂੰ ਡੁਐਲਿਟੀ ਦੇ ਚੱਕਰ 'ਚ ਫਸ ਕੇ ਪਰਮਾਤਮਾ ਨੂੰ ਭੁਲਾਉਣ ਦਾ ਪੂਰਾ ਗੇਮ ਦੇ ਵਿਚਕਾਰ ਸਕੋਪ ਹੈ। ਔਰ ਸਤਿਗੁਰੂ ਨੇ ਬਾਂਹ ਪਕੜ ਕੇ ਕੱਢ ਕੇ ਲੈ ਜਾਣਾ ਵੀ ਤੂੰ ਇੱਥੇ ਨਾ ਫਸਿਆ ਰਹਿ, ਮੈਂ ਤੈਨੂੰ ਅੱਗੇ ਲੈ ਜਾ। ਸੋ ਵਟ ਇਜ਼ ਦਾ ਆਂਸਰ ਟੂ ਓਵਰਕਮ ਦਾ ਡੁਐਲਿਟੀ ਕਨਫਲਿਕਟ? ਇਹਦਾ ਕੀ ਹੈ ਫਿਰ ਅਗਰ ਡੁਐਲਿਟੀ ਕਨਫਲਿਕਟ ਹੈ ਤੇ? ਇੱਕ ਰੂਲ ਹੈ ਔਰ ਸਾਰੀ ਦੀ ਸਾਰੀ ਰੈਮੇਡੀ ਹੈ। ਇੱਕੋ ਹੀ ਰੂਲ ਤੇ ਸਾਰੀ ਰੈਮੇਡੀ ਪਾਤੀ ਪੂਰੀ ਦੀ ਪੂਰੀ। ਦੇ ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸਾਰੇ ਦੁੱਖ ਸਾਰੀਆਂ ਤਕਲੀਫਾਂ ਖਤਮ ਅਗਰ ਜੋ ਗੁਰੂ ਨੇ ਰਾਹ ਦਿੱਤਾ ਹੈ ਉਹਨੂੰ ਐਬਜ਼ੌਰਬ ਕੀਤਾ ਔਰ ਭਾਵ ਨੂੰ, ਭਾਵ ਮਤਲਬ ਪ੍ਰੇਮ ਨੂੰ ਤੂੰ ਨਾਲ ਲੈ ਗਿਆ। ਹਰ ਸਿਚੁਏਸ਼ਨ ਵਿੱਚ ਪ੍ਰੇਮ ਕੱਢ ਕੇ ਉਹਨੂੰ ਨਾਲ ਲੈ ਗਿਆ। ਹਰ ਅਵਸਥਾ 'ਚ, ਹਰ ਸਿਚੁਏਸ਼ਨ ਵਿੱਚ, ਹਰ ਇੱਕ ਇੰਡੀਵਿਜੂਅਲ ਨਾਲ ਡੀਲ ਕਰਦੇ ਹੋਏ ਅਗਰ ਭਾਵ ਤੱਕ ਉਠਾਤਾ ਚੀਜ਼ ਨੂੰ, ਜਿਵੇਂ ਅਸੀਂ ਨਾਮ ਦੇ ਵੇਲੇ ਵੀ ਗੱਲ ਕੀਤੀ ਸੀ, ਅਗਰ ਇਹਨੂੰ ਅਸੀਂ ਨਾਮ ਨੂੰ ਅਸੀਂ ਕਹਿੰਦੇ ਸੀ ਭਾਵ ਤੱਕ ਉੱਠੇ ਤੇ ਨਾਮ ਹੱਥ ਵਿੱਚ ਆ ਜਾਂਦਾ ਤੇ ਹੋਰ ਚਾਹੀਦਾ ਕੀ ਹੈ ਫਿਰ? ਅਦਰਵਾਈਜ਼ ਤੇ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਜੇ ਤੈਨੂੰ ਹਰ ਐਕਸ਼ਨ ਦੇ ਪਿੱਛੇ ਪਰਮਾਤਮਾ ਦੀ ਪ੍ਰੀਤ ਨਹੀਂ ਦਿਖ ਰਹੀ ਤੇ ਫਿਰ ਸਭ ਦਾ ਸਭ ਉਦਾਂ ਹੀ ਹੈ ਜਿਵੇਂ ਇੱਕ ਡੈਡ ਇਨਸਾਨ ਹੁੰਦਾ। ਸੋ ਬਹੁਤ ਸਪਸ਼ਟ ਸ਼ਬਦਾਂ 'ਚ ਦੱਸਿਆ ਕਿ ਕਿਤੇ ਕੋਈ ਗਲਤਫਹਿਮੀ ਨਾ ਰਹਿ ਜਾਏ। ਸਾਡੇ ਹਰ ਐਕਸ਼ਨ ਦੇ ਪਿੱਛੇ ਪਰਮਾਤਮਾ ਨਾਲ ਜੁੜਿਆ ਪਿਆਰ ਵੀ ਰਿਫਲੈਕਟ ਹੋਣਾ ਜ਼ਰੂਰੀ ਹੈ। ਸੋ ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇਜਨ ਸੁਗੜ ਸਿਆਣੇ ਰਾਮ ਰਾਜੇ। ਕਹਿੰਦੇ ਜੇ ਅੰਦਰ ਦੀ ਪ੍ਰੀਤ ਹੈ ਤੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀਖਰੇ ਹਰ ਭਾਣੇ। ਹੋ ਗਈ ਬਾਹਰੋਂ ਗਲਤੀ, ਕੋਈ ਗੱਲ ਨਹੀਂ, ਅੰਦਰੋਂ ਕਿੰਨਾ ਸਾਫ਼ ਹੈ। ਰੂਲ ਦੇਖੋ ਕਿੰਨੇ ਸੋਹਣੇ ਬਣਾਏ। ਹੋ ਜਾਂਦੀ, ਇਨਸਾਨ ਹੈ, ਭੁੱਲਣਹਾਰ ਹੈ, ਭੁੱਲ ਹੋਏਗੀ। ਪਰਮਾਤਮਾ ਨੂੰ ਛੱਡ ਕੇ ਹਰ ਕੋਈ ਭੁੱਲਣਹਾਰ ਹੈ, ਪਰ ਅੰਦਰੋਂ ਭੁੱਲਣਹਾਰ ਨਹੀਂ ਹੋਣਾ। ਅੰਦਰੋਂ ਪਰਮਾਤਮਾ ਨਾਲ ਪ੍ਰੀਤ ਹੈ। ਭੁੱਲ ਚੁੱਕ ਬੋਲਣ 'ਚ ਹੋ ਸਕਦੀ ਹੈ, ਕਿੱਥੇ ਹੋਰ ਕਿਸੇ 'ਚ ਹੋ ਸਕਦੀ ਹੈ, ਪਰਮਾਤਮਾ ਨੇ ਬਖਸ਼ ਦੇਣਾ, ਕੋਈ ਨਹੀਂ। ਮਨ ਇਹਦਾ ਬਹੁਤ ਸਾਫ਼ ਸੀ, ਮੇਰੇ ਨਾਲ ਪ੍ਰੀਤ ਸੀ, ਇਹਨੇ ਤਾਂ ਇਹ ਸਟੈਪ ਲਿਆ। ਤੇ ਹੁਣ ਕੁਐਸਚਨ ਆ ਗਿਆ, ਹਾਊ ਕੈਨ ਆਈ ਸ਼ੋ ਲਵ ਵੈਨ ਆਈ ਹੈਵ ਨੈਵਰ ਸੀਨ ਹਿਮ। ਹੁਣ ਮੈਂ ਪਰਮਾਤਮਾ ਨਾਲ ਪ੍ਰੀਤ ਦੀ ਗੱਲ ਕਰਾਂ, ਮੈਂ ਤੇ ਪਰਮਾਤਮਾ ਨੂੰ ਦੇਖਿਆ ਹੀ ਕਦੀ ਨਹੀਂ, ਹੁਣ ਤੱਕ ਤੇ ਨਹੀਂ ਦੇਖਿਆ। ਤੇ ਹੁਣ ਤੁਸੀਂ ਨਵੀਂ ਸਿਚੁਏਸ਼ਨ ਮੇਰੇ ਅੱਗੇ ਪਾਤੀ, ਉਹਦੇ ਨਾਲ ਪ੍ਰੀਤ ਕਰਨੀ ਹੈ ਜਿਹਨੂੰ ਕਦੀ ਦੇਖਿਆ ਨਹੀਂ। ਇਨਸਾਨ ਕਿਹਦੇ ਨਾਲ ਪ੍ਰੀਤ ਕਰ ਸਕਦਾ ਜਿਹਨੂੰ, ਜਿਹਦੇ ਬਾਰੇ ਕੋਈ ਤੇ ਆਈਡੀਆ ਹੋਏ। ਸੋ ਇਹਨੇ ਕੁਐਸਚਨ ਆਇਆ, ਆਫ ਕੋਰਸ ਇਹ ਬਿਗਰ ਪਜ਼ਲ, ਇਹ ਬਹੁਤ ਵੱਡੀ ਪਜ਼ਲ ਹੈ ਔਰ ਸਾਰੀ ਬਾਣੀ ਇਸੀ ਨੂੰ ਸੋਲਵ ਕਰਨ ਤੇ ਲੱਗੀ ਹੈ। ਕਹਿੰਦੇ ਤਿਸ ਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਏ। ਕਿਸ ਤਰ੍ਹਾਂ ਧਿਆ ਲੋਗੇ ਉਹਨੂੰ? ਨਾ ਤੇ ਉਹਦਾ ਰੂਪ ਹੈ, ਨਾ ਰੇਖ ਹੈ, ਨਾ ਦਿਖਦਾ। ਫਿਰ ਕਹਿੰਦੇ ਹੋ ਪਿਆਰ ਕਰੋ ਉਹਦੇ ਨਾਲ, ਔਰ ਪਿਆਰ ਕਿਸ ਤਰ੍ਹਾਂ ਕਰ ਸਕਦੇ ਹਾਂ? then what is the way out? ਬਈ ਆਫਟਰ ਆਲ ਗੁਰੂ ਸਾਹਿਬ ਕਹਿ ਰਹੇ ਨੇ ਤੇ ਕੁਝ ਤੇ ਕਰਨਾ ਪਏਗਾ। ਸੋ ਨਾਮ ਇਜ਼ ਦਾ ਪਾਥਵੇ ਟੂ ਲਵ। ਹੁਣ ਪਰਮਾਤਮਾ ਤੇ ਨਹੀਂ ਦਿਖਦਾ, ਪਰ ਉਹਦੇ ਨਾਮ ਦੀਆਂ ਝਲਕਾਂ ਦਾ ਇੰਜੋਏ ਕਰ ਸਕਦੇ ਹੋ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ। ਨਾਮ ਜਿਹੜਾ ਉਹਨੂੰ ਤੁਸੀਂ ਪਰਮਾਤਮਾ ਤੋਂ ਵੀ ਉੱਤੇ ਰੱਖ ਦਿੱਤਾ। ਪਰਮਾਤਮਾ ਨੇ ਤੇ ਹੁਣ ਮਿਲਣਾ ਹੀ ਮਿਲਣਾ, ਕਿਉਂਕਿ ਨਾਮ ਉੱਤੇ ਆ ਗਿਆ। ਪਰ ਜੇ ਤੁਸੀਂ ਨਾਮ ਦੀ ਝਲਕ ਲੈ ਲਈ, ਫਿਰ ਪਰਮਾਤਮਾ ਤੇ ਪਹੁੰਚ ਸਕਦੇ ਹੋ। ਸੋ ਗ੍ਰੇਟ ਇਜ਼ ਦਾ ਮਾਸਟਰ, ਹਾਈ ਇਜ਼ ਹਿਜ਼ ਸੀਟ, ਹਾਈਐਸਟ ਹਾਇਰ ਅਬਵ ਹਾਈ ਇਜ਼ ਹਿਜ਼ ਨੇਮ। ਬਹੁਤ ਬਹੁਤ ਵੱਡੀ ਗੱਲ ਕਹਿੰਦੇ। ਨਾਮ ਦੀ ਝਲਕ ਕਿੱਦਾਂ ਮਿਲੇਗੀ ਉਹ ਦੱਸ ਦੇਣਗੇ। ਪਰਮਾਤਮਾ ਤੇ ਨਹੀਂ ਦਿਖਦਾ, ਮੰਨ ਲਿਆ, ਪ੍ਰੀਤ ਨਹੀਂ ਹੁੰਦੀ, ਪਰ ਨਾਮ ਦੀ ਵੀ ਤੇ ਇੱਕ ਪ੍ਰੀਤ ਹੈ ਨਾ। ਸੋ ਹਾਊ ਡੂ ਆਈ ਰੀਚ ਨਾਮ? ਇੱਕ ਹੋਰ ਕੁਐਸਚਨ ਆ ਗਿਆ। ਸੋ ਪਾਥ ਟੂ ਨਾਮ ਇਜ਼ ਥਰੂ ਸ਼ਬਦ ਗੁਰੂ। ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ ਦੇਤਾ।
ਤੁਸੀਂ ਫਿਕਰ ਨਾ ਕਰੋ ਬੱਚਿਓ, ਮੈਂ ਤੁਹਾਨੂੰ ਅਗਰ ਮਾਰਗ ਦਿਖਾ ਰਿਹਾ ਤੇ ਪੂਰਾ ਮਾਰਗ ਦਿਖਾ ਰਿਹਾ, ਛੋਟਾ ਮੋਟਾ ਨਹੀਂ, ਅੱਧਾ ਨਹੀਂ, ਕਿਤੇ ਰਸਤੇ 'ਚ ਨਹੀਂ ਛੋੜ ਕੇ ਜਾਣ ਵਾਲਾ, ਤੁਹਾਨੂੰ ਨਾਲ ਲੈ ਕੇ ਚੱਲਣਾ ਪੂਰਾ। ਸੋ ਗੁਰੂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਚੱਲ ਰਿਹਾ। ਸ਼ਬਦ ਤੋਂ ਸ਼ੁਰੂ ਹੋਏ, ਅਸੀਂ ਵੈਸੇ ਡਿਸਕਸ ਕਰ ਚੁੱਕੇ ਹਾਂ ਪਹਿਲੇ, ਹੁਕਮ ਨਾਮ ਅੰਮ੍ਰਿਤ। ਸੋ ਥੋੜਾ ਫਾਸਟ ਹੋ ਜਾਊਗਾ। ਹੁਕਮ, ਸ਼ਬਦ ਤੋਂ ਸਾਨੂੰ ਹੁਕਮ ਲੱਭਣਾ, ਹੁਕਮ ਦੀ ਗਹਿਰਾਈ ਬੂਝਣ ਵਿੱਚ ਸਾਡੇ ਹੱਥ ਨਾਮ ਆ ਜਾਣਾ। ਹੁਕਮ ਬੂਝ ਪਰਮ ਪਦ ਪਾਏ, ਨਾਮ ਆ ਜਾਣਾ ਸਾਡੇ ਹੱਥ। ਉਹ ਨਾਮ ਦਾ ਜਿਉਂ-ਜਿਉਂ ਭੰਡਾਰ ਵਧੇਗਾ ਉਹ ਅੰਮ੍ਰਿਤ ਰੂਪ ਹੋ ਜਾਏਗਾ। ਔਰ ਕਿਸ ਵੇਲੇ ਅੰਮ੍ਰਿਤ ਪਰਮਾਤਮਾ ਆਪਣਾ ਅੰਮ੍ਰਿਤ ਉਹਦੇ ਚ ਪਾ ਦੇਗਾ, ਦੋਨੋਂ ਮਿਲ ਜਾਣਗੇ, ਉਹ ਅਸੀਂ ਨਹੀਂ ਜਾਣਦੇ। ਇੱਕੋ ਨਾਮ ਹੁਕਮ ਹੈ। ਅਗਰ ਇਸ ਡਾਇਰੈਕਸ਼ਨ ਤੋਂ ਆਈਏ ਤੇ ਹੁਕਮ ਵੀ ਨਾਮ ਦੇ ਵਿੱਚੋਂ ਆਇਆ। ਇੱਕੋ ਨਾਮ ਹੁਕਮ ਹੈ। ਇਸ ਡਾਇਰੈਕਸ਼ਨ ਤੋਂ ਅਗਰ ਆ ਰਿਹਾ ਪਰਮਾਤਮਾ ਦੀ ਡਾਇਰੈਕਸ਼ਨ ਵੱਲੋਂ, ਤੇ ਨਾਮ ਚੋਂ ਹੁਕਮ ਆਇਆ ਸੀ, ਮੈਨੂੰ ਸ਼ਬਦ ਤੋਂ ਹੁਕਮ ਵੱਲ ਪਹੁੰਚ ਗਿਆ, ਕਿੱਥੇ ਤੇ ਜਾ ਕੇ ਵਿਚਕਾਰ ਮਿਲਾਪ ਹੋ ਗਿਆ ਨਾ। ਸੋ ਵਟ ਇਜ਼ ਦ ਰੋਲ ਆਫ ਹੁਕਮ ਇਨ ਰੀਚਿੰਗ ਨਾਮ? And the hukum is the connect between Shabad and Naam. So basically first principle ਦੇ ਦਿੱਤਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸ਼ਬਦ ਵਿੱਚੋਂ ਜੋ ਸਾਨੂੰ ਹੁਕਮ ਮਿਲ ਰਿਹਾ ਹੈ ਉਹਦੀ ਰਜ਼ਾ ਚ ਆਉਣਾ, ਅਸੀਂ ਹਰ ਵੇਲੇ ਸ਼ੁਕਰਾਨੇ ਚ ਰਹਿਣਾ, ਜੋ ਉਹਨੇ ਦਿੱਤਾ ਹੈ ਉਹਨੂੰ ਜੀ ਸਦਕੇ ਕਹਿ ਕੇ ਲੈਣਾ। ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ ਵਾਲੀ ਅਸਤਾ। ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਏ। ਕਿਉਂਕਿ ਸਭ ਹੁਕਮ ਦੇ ਅੰਦਰ ਹੀ ਹੈ। ਉਹਦੇ ਖਿਲਾਫ ਖੜੇ ਹੋਣ ਦਾ ਮਤਲਬ ਪਰਮਾਤਮਾ ਵੱਲ ਪਿੱਠ ਕਰਨਾ। ਸਭ ਉਹਦੇ ਹੁਕਮ ਚ ਹੋ ਰਿਹਾ, ਨਿਆਂ ਵੀ ਹੋ ਰਿਹਾ, ਸਭ ਕੁਝ ਹੋ ਰਿਹਾ। ਸੋ ਬਹੁਤ ਵੱਡੇ ਵੱਡੇ ਸੂਤਰ ਸਾਨੂੰ ਦਿੱਤੇ ਜਿਹਦੇ ਨਾਲ ਕਿ ਸਾਨੂੰ ਕੌਨਫੀਡੈਂਸ ਰਹੇ ਕਿ ਸਾਡਾ ਮਾਰਗ ਠੀਕ ਚੱਲ ਰਿਹਾ। ਫਿਰ ਇੱਕ ਕੁਐਸਚਨ ਆ ਗਿਆ, ਹਾਊ ਡਜ਼ ਹੁਕਮ ਵਰਕ? ਹੁਕਮ ਕਰਦਾ ਕਿਸ ਤਰ੍ਹਾਂ ਕੰਮ? ਮੈਂ ਤਾਂ ਹੁਕਮ ਨੂੰ ਮੰਨ ਲਿਆ। ਹੁਕਮ ਇਜ਼ ਰਾਈਟੀਅਸਨੈਸ ਡਿਫਾਈਨਡ ਫॉर ਟਰੂਥਫੁਲ ਲਿਵਿੰਗ। ਤਾਂ ਹੁਣ ਮੇਰੇ ਜੀਵਨ ਚ ਕਿਸ ਤਰ੍ਹਾਂ ਉਤਰ ਕੇ ਆਏਗਾ? ਹੁਕਮ ਜਿਹੜਾ ਨਾ ਉਹ ਸੱਚ ਦਾ, ਸਚਿਆਰ ਦਾ ਮਾਰਗ ਹੀ ਹੈ। ਸੱਚੋ ਔਰੇ ਸਭ ਕੋ ਉੱਪਰ ਸੱਚ ਆਚਾਰ। ਟਰੁਥ ਹਾਈ, ਗॉड इज हाईएस्ट, स्टिल हायर इज ट्रूथफुल लिविंग। ਇਹ ਤੁਹਾਨੂੰ ਪਹੁੰਚਾ ਦੇਗਾ ਉੱਥੇ। ਸੋ ਹਾਊ ਡੂ ਵੀ ਅੰਡਰਸਟੈਂਡ ਦ ਹੁਕਮ ਫॉर ਰਾਈਟੀਅਸਨੈਸ ਐਂਡ ਟਰੂਥਫੁਲ ਲਿਵਿੰਗ? ਇੱਕ ਹੋਰ ਕੁਐਸਚਨ ਸਾਹਮਣੇ ਆ ਗਿਆ। Righteousness springs out from divine qualities. ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਉਹਨਾਂ ਗੁਣਾਂ ਨੂੰ ਅਡਾਪਟ ਕੀਤੇ ਮੈਂ ਉਹ ਨਹੀਂ ਸਮਝਾਂਗਾ। ਨਾ ਮੈਂ ਹੁਕਮ ਤੇ ਜਾ ਪਾਂਗਾ, ਨਾ ਹੁਕਮ ਦੀ ਡੈਪਥ ਵਿੱਚ ਜਾ ਪਾਂਗਾ, ਨਾ ਨਾਮ ਨੂੰ ਟੱਚ ਕਰ ਪਾਂਗਾ। ਸਭ ਨੂੰ ਪਹਿਲਾਂ ਮੈਨੂੰ ਗੁਣ ਹੀ ਸਮਝਣੇ ਪੈਣਗੇ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੇ ਗਿਆਨ ਪ੍ਰਾਪਤ ਹੋਏ। ਇਨ੍ਹਾਂ ਹੀ ਗੁਣਾਂ ਤੋਂ ਗਿਆਨ ਮਿਲੇਗਾ, ਇਨ੍ਹਾਂ ਹੀ ਗੁਣਾਂ 'ਚ ਹੁਕਮ ਦੀ ਡੈਪਥ ਮਿਲੇਗੀ, ਇਹਨਾਂ 'ਚੋਂ ਹੀ ਨਾਮ ਦਾ ਪ੍ਰਗਟਾਵਾ ਹੋਏਗਾ, ਇਹਨਾਂ 'ਚੋਂ ਹੀ ਅੰਮ੍ਰਿਤ ਦੀ ਝਲਕ ਆਏਗੀ। ਸੋ ਨਿਰਭਉ ਨਿਰਵੈਰ, ਗੁਣ ਔਰ ਚੰਗਿਆਈਆਂ, ਜਿਹਦੀ ਅਸੀਂ ਪਹਿਲੇ ਗੱਲ ਕਰ ਚੁੱਕੇ ਹਾਂ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਸੋ ਇਹ ਸਾਰੇ ਦੇ ਸਾਰੇ ਗੁਣਾਂ ਦਾ ਔਰ ਚੰਗਿਆਈਆਂ ਦਾ ਜੋ ਭੰਡਾਰ ਹੈ, ਦੋ ਵਰਡਸ ਦੇ ਵਿੱਚ ਬੜੀ ਕਲੀਅਰਲੀ ਗੁਰੂ ਸਾਹਿਬ ਨੇ ਦੱਸਤਾ। ਹੁਣ ਜੀਵਨ ਦੇ ਵਿੱਚ ਤੁਸੀਂ ਕੋਈ ਵੀ ਗੁਣ ਦੇਖ ਲੈਣਾ, ਉਹ ਨਿਰਭਉ ਤੇ ਜਾ ਕੇ ਖਤਮ ਹੋਏਗਾ। ਕੋਈ ਵੀ ਚੰਗਿਆਈ ਦੇਖ ਲੈਣਾ, ਨਿਰਵੈਰ ਤੇ ਜਾ ਕੇ ਖਤਮ ਹੋਏਗਾ। ਉਹਦਾ ਜੋ ਹਾਈਐਸਟ ਲੈਵਲ ਹੋਏਗਾ ਇੱਥੇ ਹੋਏਗਾ। ਔਰ ਇਹਨਾਂ ਦੋਨਾਂ ਨੂੰ ਮਿਲਾ ਕੇ ਅਸੀਂ ਦੇਖਣਾ ਅੱਗੇ ਕੀ ਹੋਏਗਾ। ਹਾਊ ਵਿਲ ਦਾ ਵੈਲਿਊਜ਼ ਐਂਡ ਵਰਚੂਜ਼ ਹੈਲਪ ਮੀ? ਕਹਿੰਦਾ ਵੈਲਿਊਜ਼ ਐਂਡ ਵਰਚੂਜ਼ ਆਰ ਦਾ ਬੇਸ ਆਫ ਸੇਵਾ। ਜਦੋਂ ਵੈਲਿਊਜ਼ ਵਰਚੂਜ਼ ਹੱਥ ਆ ਜਾਣਗੀਆਂ, ਫਿਰ ਤੁਹਾਡੇ ਹੱਥ ਸੇਵਾ ਲੱਗ ਜਾਏਗੀ ਕਿ ਹੁਣ ਮੈਂ ਸੇਵਾ 'ਚ ਲੱਗ ਜਾਵਾਂਗਾ। ਸੋ ਸੇਵਾ ਕਰਤ ਹੋਏ ਨੈਕਾਮੀ ਤਿਸ ਕੋ ਹੋਤ ਪਰ। ਇੱਥੇ ਦੇਖਣਗੇ, ਇੱਥੇ ਗੁਣ ਔਰ ਚੰਗਿਆਈਆਂ ਦਾ ਪ੍ਰਗਟਾਵਾ ਸੇਵਾ ਦੇ ਵਿੱਚ ਨਜ਼ਰ ਆਏਗਾ। ਅਗਰ ਅਸੀਂ ਜੋ ਬਾਹਰਲੀ ਦੁਨੀਆ ਹੈ ਉਹਦੇ ਅੰਦਰ ਹੀ ਆਪਣੇ ਜੋ ਅੰਤਰ ਦੀ ਦੁਨੀਆ ਉਹਦਾ ਪ੍ਰਗਟਾਵਾ ਕਰਨਾ ਹੈ। ਜੋ ਅਸੀਂ ਅੰਦਰੋਂ ਹਾਂ, ਜੋ ਪਰਮਾਤਮਾ ਅੰਦਰ ਵਸਿਆ ਹੈ, ਉਹ ਬਾਹਰ ਦੀ ਦੁਨੀਆ ਤੱਕ ਹੁਣ ਤੱਕ ਸਾਡਾ ਪ੍ਰਗਟਾਵਾ ਬਿਜ਼ਨਸ ਵਾਲਾ ਸੀ। ਹੁਣ ਸਾਡਾ ਪ੍ਰਗਟਾਵਾ ਪ੍ਰੇਮ ਵਾਲਾ ਹੈ। ਫਰਕ ਹੈ। ਹੁਣ ਤੱਕ ਮੇਰਾ ਹਰ ਰਿਸ਼ਤਾ, ਹਰ ਡੀਲਿੰਗ ਜਿਹੜੀ ਸੀ ਉਹ ਇੱਕ ਤਰ੍ਹਾਂ ਦੀ ਡਾਇਰੈਕਟ ਇਨਡਾਇਰੈਕਟ ਬਿਜ਼ਨਸ ਸੀ, ਪਰ ਹੁਣ ਮੇਰੀ ਹਰ ਡੀਲਿੰਗ ਪ੍ਰੇਮ ਹੀ ਪ੍ਰੇਮ ਹੈ। ਸੋ ਵਿਲ ਰਾਈਟੀਅਸਨੈਸ ਐਂਡ ਸੇਵਾ ਐਲੀਮੀਨੇਟ ਮਾਈ ਪੇਨਸ? ਅਗਰ ਇਹ ਮੈਂ ਸਿੱਧੇ ਰਸਤੇ ਤੇ ਤੁਰ ਪਾਵਾਂ, ਜਾਂ ਮੈਂ ਇਹ ਕਹਿ ਦਿਆਂ ਕਿ ਸੇਵਾ ਕਰ ਰਿਹਾ ਤੇ ਕਿ ਮੇਰੇ ਪੇਨਸ ਜਿਹੜੇ ਨੇ ਖਤਮ ਹੋ ਜਾਣਗੇ? ਇਟ ਗਿਵਸ ਦ ਡਿਵਾਈਨ ਸਟਰੈਂਥ। ਪੇਨਸ ਕਿੱਥੇ ਨਹੀਂ ਜਾਣ ਵਾਲੇ, ਪੇਨ ਉੱਥੇ ਹੀ ਰਹਿਣੇ। ਜੋ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇੱਥੇ ਰਾਜਾ, ਦੁੱਖ ਵਿੱਚ ਸੁਖ ਮਨਾਈ। ਨਾ ਤੇ ਮੇਰੇ ਪੇਨਾਂ, ਜਿਹੜੇ ਮੇਰੇ ਫੈਸਲੇ ਪਰਮਾਤਮਾ ਨੇ ਕਰਨੇ ਹੀ ਹੈ। ਉਹਦੀ ਬੜੀ ਲੰਬੀ ਕਹਾਣੀ ਹੈ, ਉਹ ਬੜੀ
जन्मा जन्मा दी स्टोरी चल रही है। जितने उन्हें माफ करने हैं कर देगा, जिहड़े नहीं माफ करने हैं वो नहीं करेगा। वो बड़ी कॉम्पलैक्स थ्योरी है, पर इन्नी स्ट्रेंथ दे देगा कि हुण दुख और सुख इक्को जिहे लगण, उन्हां च हुण कोई फर्क ना लगे। तो फिर की फर्क पैंदा दुख आ जाए ते? फिर वो तत्ती तवी ते बैठे हैं या सीसगंज ते जाके अपना शहीदी दे रहे ने, या उस तो बाद हज़ारां लखां शहीदियां हुई, किस तरह हसदे हसदे सह गए। और ये स्ट्रेंथ कित्थों आ रही सी सारी, ये जज्बा कित्थों आ रहा सी सारा? सब नाम दे अमृत तक पहुंचे हुए साडे गुरसिख सन। Then but why there are pains in life when I am on the right path? एक सवाल अजे भी नहीं जानता माइंड तो पेन क्यों आ रहे ने जदों मैं ठीक रस्ते ते चल रहा। वाहिगुरु निर्वैर है, वाहिगुरु ते क्वेश्चन ना करो, बट पेन्स many a time bring the learning for us। कहते दुख दारू सुख रोग पया जा सुख ताम न होई, तू करता करना मैं ना ही जाहूं करी ना होई। सच पुछो इंसान दी जिंदगी जद अगर कोई पेन ना आए ਤੇ ਰੱਬ ਨੂੰ ਕਦੀ ਪੁੱਛੇਗਾ ਵੀ ਨਹੀਂ, ਉਹ ਸੋਚੇਗਾ ਵੀ ਨਹੀਂ ਕਿ ਸਭ ਤੇ ਠੀਕ ਚੱਲ ਰਿਹਾ ਯਾਰ, ਮੈਨੂੰ ਵੈਸੇ ਵੀ ਕੀ ਪ੍ਰੋਬਲਮ ਹੈ ਦੱਸੋ ਨਾ। ਜਿਹੜੀ ਦੁੱਖ ਹੈ ਉਹ दारू ਬਣ ਜਾਂਦਾ, ਉਹ ਦਵਾਈ ਬਣ ਜਾਂਦੀ ਹੈ। ਜਦੋਂ ਦੁੱਖ ਆਂਦਾ ਨਾ ਫਿਰ ਲੱਗਦਾ ਵੀ ਨਹੀਂ ਪਰਮਾਤਮਾ ਹੈ ਯਾਰ, ਜਿੰਨੇ ਦਿੱਤਾ ਦੁੱਖ ਵੀ ਦਿੰਦਾ ਪਰਮਾਤਮਾ ਹੈ। ਔਰ ਸੁੱਖ ਜਿਹੜੇ ਨੇ ਅਗਰ ਮੈਂ ਹਮੇਸ਼ਾ ਸੁੱਖ ਚ ਰਹਾਂਗਾ ਤੇ ਉਹ ਰੋਗ ਬਣ ਜਾਏਗਾ, ਮੈਂ ਤੇ ਪਰਮਾਤਮਾ ਨੂੰ ਭੁੱਲ ਜਾਵਾਂਗਾ। ਜਾਂ ਸੁੱਖ ਤਾਮ ਨਾ ਹੋਏ, ਕਿਉਂਕਿ ਉਹਦੇ ਵਿਚਕਾਰ ਤੇ ਤੂੰ ਹੋਏਗਾ ਹੀ ਨਹੀਂ ਸੁੱਖ ਵਿੱਚ। तो तू करता करना मैं ना ही जा हों करी ना हुई, मेरी हों नहीं खत्म होने वाली जब तक परमात्मा तू नाल नहीं। सो पेन्स कॉज अस टू मेक corrections and stay on the course, and pleasures make us forget। ਹੁਣ ਕੋਈ ਬੰਦਾ ਪਹਾੜ ਤੇ ਚੜਿਆ ਜਾ ਰਿਹਾ, ਨਾ ਉਹਨੂੰ ਸਾਹ ਫੁੱਲਦਾ ਨਾ ਕੁਛ ਹੁੰਦਾ, ਤੇ ਕਹੇਗਾ ਫਿਰ ਕੀ ਦਿੱਕਤ ਹੈ, ਫਿਰ ਕਰੀ ਜਾਓ, ਫਿਰ ਕੀ ਐਂਡ ਹੈ। ਪਰ ਜਦੋਂ ਪੇਨ ਹੋਏਗਾ ਰੁਕੇਗਾ, ਸੋਚੇਗਾ ਕਿਤਨੀ ਮੇਰੀ ਕੈਪੈਸਿਟੀ ਹੈ, ਕੀ ਕਰਨਾ ਹੈ। ਸੋ ਦੁਨੀਆ ਦਾ ਹਰ ਛੋਟਾ ਵੱਡਾ ਪੇਨ ਇੱਕ ਮੈਸੇਜ ਨਾਲ ਦੇ ਰਿਹਾ ਹੁੰਦਾ। ਸਾਨੂੰ ਫੀਵਰ ਵੀ ਹੁੰਦਾ ਤੇ ਅੰਦਰੋਂ ਕੁਛ ਨਾ ਕੁਛ ਗੜਬੜ ਹੈ। ਅਗਰ ਅੰਦਰ ਗੜਬੜ ਹੋਏ ਔਰ ਫੀਵਰ ਨਾ ਹੋਏ ਤੇ ਇਨਸਾਨ ਤੇ ਉਦਾਂ ਹੀ ਅੰਦਰੋਂ ਖਤਮ ਹੋ ਜਾਏਗਾ। ਸੋ ਸਾਨੂੰ ਜਿੰਨੇ ਵੀ ਪੇਨ ਦੇ ਰਿਹਾ ਪਰਮਾਤਮਾ, ਉਹ ਸਾਨੂੰ ਕਰੈਕਟਿਵ ਐਕਸ਼ਨ ਲਈ ਦੇ ਰਿਹਾ। We have to see him behind pains and pleasure। ਅਸੀਂ ਉਹਨੂੰ ਪੇਨਸ ਔਰ ਪਲੇਜ਼ਰ ਦੇ ਪਿੱਛੇ ਦੇਖਣਾ। ਫਿਰ ਇੱਕ ਸਵਾਲ ਹੋਰ ਆ ਗਿਆ, what shall ਨਾਮ finally bring to me। ਹੁਣ ਇਹ ਨਾਮ ਮੇਰੇ ਲਈ ਕੀ ਲੈ ਕੇ ਆਉਣ ਵਾਲਾ? ਤੇ ਜਿਵੇਂ ਅਸੀਂ ਏਕ ਓਂਕਾਰ ਦੀ ਵਿਆਖਿਆ ਵਿੱਚ ਵੀ ਦੇਖਿਆ ਸੀ, ਨਾਮ ਇਰੋਡ ਸੀ ਗੋ। ਸਭ ਨਾਲ ਜਿਹੜੀ ਇੰਪੋਰਟੈਂਟ ਚੀਜ਼ ਹੈ, ਮੇਰੇ ਮਨ ਤਨ ਨਾਮ ਆਧਾਰ ਹੈ, ਹਉਮੈ ਬਿਖ ਜਾਲੀ। ਮੇਰੀ ਹਉਮੈ ਦੀ ਜਿਹੜੀ ਜ਼ਹਿਰ ਸੀ ਉਹ ਖਤਮ ਹੋ ਗਿਆ, ਔਰ ਉਸ ਤੋਂ ਬਿਨਾ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ, ਔਰ ਮੈਂ ਔਰ ਪਰਮਾਤਮਾ ਕਦੀ ਇਕੱਠੇ ਨਹੀਂ ਰਹਿ ਸਕਦੇ। ਸੋ ਇਫ ਮਾਈ ਈਗੋ ਵੈਨਿਸ਼ਸ ਸ਼ੈਲ ਆਈ ਕੰਪਲੀਟ ਮਾਈ ਸਰਚ। ਅਗਰ ਮੇਰੀ ਈਗੋ ਖਤਮ ਹੋ ਗਈ ਤੇ ਮਤਲਬ ਮੇਰੀ ਹੋ ਗਈ ਸਰਚ ਕੰਪਲੀਟ, ਜਿਹਨੂੰ ਅਸੀਂ ਗੁਰਮੁਖ ਢੂੰਡ ਇੰਡੀਆ ਤੋਂ ਸ਼ੁਰੂ ਕੀਤਾ ਸੀ। ਕਹਿੰਦੇ ਨਹੀਂ, ਗੁਰੂਜ਼ ਗ੍ਰੇਸ ਇਜ਼ ਰਿਕੁਆਇਰਡ ਐਟ ਐਵਰੀ ਸਟੇਜ। ਉਹ ਨਹੀਂ ਭੁੱਲ ਸਕਦੇ ਤੁਸੀਂ। ਸੋ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, मैं होर थाऊं नाही जिस पे करो बेनंती, मेरा दुख सुख तुझ ही पास। वैसे कहते ग्रेस की हुंदा, समझना पैंदा कई बार ग्रेस की चीज है, एक कृपा की चीज है। एक एग्जाम्पल ਦੇ ਤੌਰ ਸੀ ਸਾਡੇ ਇੱਥੇ ਜਦੋਂ ਜਿਹੜੇ ਬੱਚੇ ਬਹੁਤ ਪੜ੍ਹਾਈ 'ਚ ਹੁਸ਼ਿਆਰ ਨਹੀਂ ਨਾ ਹੁੰਦੇ, ਉਹਨਾਂ ਨੂੰ ਅਗਰ 30 ਨੰਬਰ ਆਣ ਤੇ 3 ਨੰਬਰ ਦਾ ਗ੍ਰੇਸ ਦੇ ਦਿੰਦੇ ਨੇ, ਚਲੋ ਇਹਨੂੰ ਪਾਸ ਕਰ ਦਿੰਦੇ ਨੇ। ਉਹ ਵੀ ਗ੍ਰੇਸ ਹੁੰਦਾ, ਕਿਰਪਾ ਹੀ ਹੁੰਦੀ। ਉਹ ਕਿਸੇ ਦੀ ਟੀਚਰਾਂ ਨੇ ਜੋ ਵੀ ਹੈ ਵੀ ਇਹਨੂੰ ਕੀ ਕਰਨਾ, 1 ਸਾਲ ਵੇਸਟ ਜਾ ਰਿਹਾ, ਤੇ 3 ਨੰਬਰ ਹੋਰ ਦਿਓ, ਪਾਸ ਕਰੋ। ਇੱਥੇ ਜੋ ਗੁਰੂ ਨੇ ਕੁਐਸਚਨ ਪੇਪਰ ਪਾਇਆ, ਇੱਕ ਤੇ ਉਹਦੇ 100 ਚ 100 ਨੰਬਰ ਚਾਹੀਦੇ ਆ, 33 ਵਾਲਾ ਹਿਸਾਬ ਹੈ ਹੀ ਨਹੀਂ। ਔਰ ਜਿਹੜੇ ਸਾਡੇ ਮਾਰਕਸ ਹੈ ਉਹ 1 ਤੋਂ ਵੀ ਘੱਟ ਹੈ। ਮੰਨ ਲਓ 0.1 ਹੋਣੇ ਤੇ ਫਿਰ 99.9 ਤੇ ਗ੍ਰੇਸ ਤੋਂ ਹੀ ਮਿਲਣੇ ਨੇ। ਆਪਣੇ ਕੋਲ ਤੇ ਇਤਨੀ ਸਮਰੱਥਾ ਨਹੀਂ ਵਾਹਿਗੁਰੂ ਕਿ ਅਸੀਂ 0.1 ਤੋਂ ਅੱਗੇ ਨਿਕਲ ਜਾਈਏ। ਸੋ ਦਾਤਾ ਸਾਨੂੰ ਗ੍ਰੇਸ ਮਾਰਕਸ ਦੇ ਦੇ 99.9 ਤਾਂ ਕਿ 100 ਤੇ ਪਹੁੰਚ ਜਾਈਏ। ਅਸੀਂ ਸੋਚਦੇ ਹਾਂ ਗ੍ਰੇਸ ਦੀ ਸ਼ਾਇਦ ਨਾ ਲੋੜ ਹੋਏ। ਗ੍ਰੇਸ ਤੋਂ ਬਿਨਾਂ ਤੇ ਗੱਲ ਬਣਨੀ ਨਹੀਂ, ਹਰ ਸਟੇਜ ਤੇ ਗ੍ਰੇਸ ਚਾਹੀਦਾ ਹੁੰਦਾ। ਸੋ ਇਹ ਜੋ ਫਿਰ ਗ੍ਰੇਸ ਮਿਲ ਜਾਂਦਾ ਹੈ, ਸੋ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹੀਆ, ਭੇਦ ਨਾ ਜਾਣੋ ਮੂਲ ਸਾਈਂ ਜੇ। ਜਾਂ ਫਿਰ ਕਿਆ, ਫਿਰ ਤੇ ਪਰਮਾਤਮਾ ਨੇ ਗ੍ਰੇਸ ਦਿੱਤੇ, ਆਪਣਾ ਅੰਮ੍ਰਿਤ ਤੁਹਾਡੇ ਅੰਮ੍ਰਿਤ ਚ ਮਿਲਾ ਦਿੱਤਾ। ਜੋ ਬੂੰਦਾਂ 2-4 ਅੰਮ੍ਰਿਤ ਦੀਆਂ ਹੱਥ ਲੱਗੀਆਂ ਸੀ, ਪਰਮਾਤਮਾ ਨੇ ਪੂਰੇ ਦੇ ਪੂਰੇ ਖਜ਼ਾਨੇ ਖੋਲ ਦਿੱਤੇ। ਹੁਣ ਕੀ ਭੇਦ ਰਹਿ ਗਿਆ? ਚਾਬੀ ਪਕੜਾ ਦਿੱਤੀ,
ਵਾਪਸ ਬੈਕ ਟੂ ਇੱਕ ਓਂਕਾਰ। ਕਹਿੰਦੇ ਆ ਕਿ ਆਈ ਵਾਂਟ ਟੂ ਪਲੇ ਦ ਗੇਮ ਆਫ ਲਵ ਵਿਦ ਕ੍ਰੀਏਟਰ, ਮੈਂ ਪਰਮਾਤਮਾ ਨਾਲ ਪਿਆਰ ਦੀ ਖੇਡ ਖੇਡਣਾ ਚਾਹੁੰਦਾ। ਇਫ ਆਈ ਵਨ ਹੀ ਇਜ਼ ਮਾਈਨ, ਇਫ ਆਈ ਲੂਜ਼ ਆਈ ਐਮ ਹਿਸ। ਕੋਈ ਦਿੱਕਤ ਹੈ ਹੀ ਨਹੀਂ, ਜਿੱਤਾਂਗੇ ਤੇ ਉਹ ਸਾਡਾ ਹੋ ਜਾਏਗਾ, ਹਾਰ ਜਾਾਂਗੇ ਤੇ ਅਸੀਂ ਉਹਦੇ ਹੋ ਜਾਾਂਗੇ। ਇਸ ਤੋਂ ਨੀਚੇ ਤੇ ਗੇਮ ਤੇ ਖੇਡਣੀ ਮੇਰੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਦੋਨੋਂ ਪਾਸੇ ਜਿੱਤ ਰਹੇ ਹਾਂ ਅਸੀਂ। ਸੋ ਹਿਰਦੇ ਵਿੱਚ ਪ੍ਰੇਮ ਰੱਖ ਕੇ, ਪਰਮਾਤਮਾ ਦਾ ਪ੍ਰੇਮ ਰੱਖ ਕੇ, ਜੀਵਨ ਦਾ ਮਾਰਗ, ਜੀਵਨ ਦੇ ਹਰ ਹੁਕਮ ਨੂੰ ਸਮਝਣਾ, ਜੀਵਨ ਦੇ ਹਰ ਸਿਚੁਏਸ਼ਨ ਨੂੰ ਸਮਝਣਾ ਔਰ ਉਸ ਲੈਵਲ ਤੇ ਉਠਾ ਦੇਣਾ ਜਿੱਥੇ ਪ੍ਰੇਮ ਭਾਵ ਜਾਗ ਜਾਏ। ਉਹੀ ਨਾਮ ਦੇਗਾ, ਉਹੀ ਪਰਮਾਤਮਾ ਨਾਲ ਵਾਪਸ ਜੋੜ ਦੇਗਾ। ਸੋ ਇੱਕ ਕਰਤਾ ਦੀ ਗੇਮ ਹੈ। ਵਿਦ ਦਿਸ ਆਈ ਕੰਪਲੀਟ, ਔਰ ਭੁੱਲ ਚੁੱਕ ਦੀ ਖਿਮਾ ਜੀ। Now it's open for discussion. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਫਤਿਹ ਫਤਿਹ।